ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰਦੇ ਹੋ, ਅਸੀਂ ਪੀਐਸ ਟੈਟ 2022 ਜੋ ਕਿ ਦਸੰਬਰ ਵਿੱਚ ਹੋਣ ਜਾ ਰਿਹਾ ਹੈ, ਉਸ ਦਾ ਜੋ ਪੇਪਰ ਐਸਐਸਟੀ ਵਿਸ਼ੇ ਦਾ ਹੈ, ਠੀਕ ਹੈ, ਜਿਹੜੇ ਸਟੂਡੈਂਟਸ ਨੇ ਬੀਐਡ ਸਮਾਜਿਕ ਸਿੱਖਿਆ ਵਿੱਚ ਕੀਤੀ ਹੈ, ਉਸ ਦਾ ਆਪਾਂ ਪੀਐਸ ਟੈਟ ਦਾ ਭਾਗ ਜਿਹੜਾ ਸਮਾਜਿਕ ਸਿੱਖਿਆ ਦਾ ਪੜ੍ਹ ਰਹੇ ਹਾਂ। ਸੋ ਸਟੂਡੈਂਟਸ, ਜਿਨ੍ਹਾਂ ਸਟੂਡੈਂਟਸ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ, ਤਾਂ ਕਿ ਹਰ ਇੱਕ ਵੀਡੀਓ ਜਿਹੜੀ ਹੈ ਤੁਹਾਡੇ ਕੋਲੇ ਸਮੇਂ ਸਿਰ ਪਹੁੰਚ ਸਕੇ। ਸੋ ਸਟੂਡੈਂਟਸ, ਬਹੁਤਾ ਸਮਾਂ ਨਾ ਲੈਂਦਾ ਹੋਇਆ ਚਲੋ ਆਪਾਂ ਅੱਜ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਹੈ, ਸਾਈਮਨ ਕਮਿਸ਼ਨ ਕਿਸ ਵਾਇਸਰਾਏ ਸਮੇਂ ਭਾਰਤ ਆਇਆ ਸੀ? ਇਹ ਤਾਂ ਸਾਰਿਆਂ ਨੂੰ ਹੀ ਪਤਾ ਹੋਣਾ ਹੈ। ਆਪਾਂ ਜਦੋਂ 4th ਜਾਂ 5th ਕਲਾਸ ਦੇ ਵਿੱਚ EVS ਦੀ ਗੱਲ ਕਰ ਲਈਏ ਜਾਂ 6ਵੀਂ ਤੋਂ ਵੱਡੀਆਂ ਕਲਾਸਾਂ ਦੀ ਗੱਲ ਕਰ ਲਈਏ, ਠੀਕ ਹੈ, ਤਾਂ ਉਦੋਂ ਸਾਈਮਨ ਕਮਿਸ਼ਨ ਦਾ ਜਿਹੜਾ ਜ਼ਿਕਰ ਆ ਉਹ ਹੋਣ ਲੱਗ ਪੈਂਦਾ। ਤਾਂ ਸਾਈਮਨ ਕਮਿਸ਼ਨ ਦੀ ਹੁਣ ਜੇਕਰ ਗੱਲ ਕਰ ਲਈਏ, ਆਇਆ ਕਦੋਂ ਸੀ? ਹੁਣ ਆਪਾਂ ਦੇਖੋ ਵੀਡੀਓਜ਼ ਦੇ ਵਿੱਚ ਹਰੇਕ ਕੁਐਸਚਨ ਦੇ ਵਿੱਚ ਨਾਲ 3-3 4-4 ਪੁਆਇੰਟ ਜਿਹੜੇ ਉਹ ਕਲੀਅਰ ਕਰਦੇ ਜਾਵਾਂਗੇ, ਤਾਂ ਕਿ ਸਾਡੇ ਇੱਕ ਪ੍ਰਸ਼ਨ ਦੇ ਨਾਲ 4-4 5-5 ਪ੍ਰਸ਼ਨ ਜਿਹੜੇ ਸੋਲਵ ਹੁੰਦੇ ਰਹਿਣ। ਤਾਂ ਵਿਦਿਆਰਥੀ ਸਾਥੀਓ, ਸਾਈਮਨ ਕਮਿਸ਼ਨ ਆਇਆ ਸੀਗਾ 1928 ਈਸਵੀ ਨੂੰ, ਠੀਕ ਹੈ। ਤਾਂ ਇਸ ਕਮਿਸ਼ਨ ਦੇ ਵਿੱਚ ਬੰਦੇ ਕਿੰਨੇ ਸੀ? ਤਾਂ 7 ਬੰਦੇ ਸਨ। ਪੇਪਰ ਵਿੱਚ ਕੁਝ ਵੀ ਪੁੱਛ ਸਕਦਾ, ਤਾਂ ਆਪਾਂ ਨੂੰ ਤਿਆਰ ਰਹਿਣਾ ਪੈਣਾ ਸਾਰੀਆਂ ਚੀਜ਼ਾਂ ਵਾਸਤੇ। ਤਾਂ ਜਿਹੜੇ ਲਾਲਾ ਲਾਜਪਤ ਰਾਏ ਜੀ ਨੇ, ਉਹਨਾਂ ਦੀ ਡੈਥ ਵੀ ਸਾਈਮਨ ਕਮਿਸ਼ਨ ਦੇ ਆਉਣ ਨਾਲ, ਜਦੋਂ ਡਾਂਗਾਂ ਦੀ ਬਰਸਾਤ ਕੀਤੀ ਜਾਂਦੀ ਹੈ, ਤਾਂ ਇੱਥੇ ਕੀ ਲਾਲਾ ਲਾਜਪਤ ਰਾਏ ਜੀ ਸ਼ਹੀਦ ਹੁੰਦੇ ਨੇ, ਪਰ ਉਹਨਾਂ ਦੀ ਜਿਹੜੀ ਡੈਥ ਹੈ ਉਹ ਕਿੱਥੋਂ ਮੰਨੀ ਜਾਂਦੀ ਕਿ ਦਿਲ ਦਾ ਦੌਰਾ ਪੈਣ ਦੇ ਕਰਕੇ ਹੋ ਜਾਂਦੀ ਹੈ। ਤਾਂ ਉਸ ਸਮੇਂ ਜੇਕਰ ਗੱਲ ਕਰੀਏ ਵਾਇਸਰਾਏ, ਕਿਹੜਾ ਵਾਇਸਰਾਏ ਸੀ ਭਾਰਤ ਦੇ ਵਿੱਚ? ਤਾਂ A ਤੇ ਆਪਸ਼ਨ ਆਪਣੇ ਕੋਲੇ ਲਾਰਡ ਇਰਵਿਨ, B ਤੇ ਆਪਣੇ ਕੋਲੇ ਲਾਰਡ ਡਫਰਿਨ, C ਤੇ ਲਾਰਡ ਵੈਲਿੰਗਟਨ, D ਤੇ ਲਾਰਡ ਰੀਡਿੰਗ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ A ਆਪਸ਼ਨ ਬਿਲਕੁਲ ਸਹੀ ਹੈ ਆਪਣੀ। ਲਾਰਡ ਇਰਵਿਨ ਹੀ ਸੀ ਵਾਇਸਰਾਏ ਜਦੋਂ ਜਿਹੜਾ ਸਾਈਮਨ ਕਮਿਸ਼ਨ ਭਾਰਤ ਦੇ ਵਿੱਚ ਆਉਂਦਾ ਹੈ। ਤਾਂ ਅੱਗੇ ਦੇਖੋ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਕਾਂਗਰਸ ਨੇ ਆਪਣਾ ਪੂਰਨ ਸਵਰਾਜ ਤੈਅ ਕੀਤਾ, ਉਸ ਸਮੇਂ ਵਾਇਸਰਾਏ ਕੌਣ ਸੀ? ਠੀਕ ਹੈ, ਪੂਰਨ ਸਵਰਾਜ ਤੈਅ ਕਰਨ ਦੇ ਸਮੇਂ ਵਾਇਸਰਾਏ ਕੌਣ ਸੀ? ਆਪਸ਼ਨ ਹੈ ਆਪਣੇ ਕੋਲੇ A ਤੇ ਲਾਰਡ ਡਫਰਿਨ, B ਤੇ ਆਪਣੇ ਕੋਲੇ ਲਾਰਡ ਇਰਵਿਨ, C ਤੇ ਲਾਰਡ ਕਰਜ਼ਨ ਤੇ D ਤੇ ਲਾਰਡ ਵੈਵਲ। ਤਾਂ B ਆਪਸ਼ਨ ਜਿਹੜੀ ਹੈ ਰਾਈਟ ਹੋ ਜਾਏਗੀ। ਵਿਦਿਆਰਥੀ ਸਾਥੀਓ, ਇਰਵਿਨ ਵੀ ਕਈ ਕਿਤਾਬਾਂ ਦੇ ਵਿੱਚ ਲਿਖਿਆ, ਕਿਸੇ 'ਚ ਇਰਵਿਨ ਲਿਖਿਆ, ਇਹ ਬੰਦੇ ਇੱਕੋ ਹੀ ਨੇ, ਠੀਕ ਆ। ਚਲੋ ਜੀ ਅੱਗੇ ਆਪਾਂ ਦੇਖਦੇ ਹਾਂ। ਅੱਗੇ ਆਪਣੇ ਕੋਲੇ ਅੱਜ ਦਾ ਤੀਜਾ ਪ੍ਰਸ਼ਨ ਹੈ, ਫਾਰਵਰਡ ਬਲੌਕ ਨਾਮਕ ਪਾਰਟੀ ਕਦੋਂ ਬਣੀ? ਹੁਣ ਦੇਖੋ, ਫਾਰਵਰਡ ਬਲੌਕ ਨਾਮਕ ਪਾਰਟੀ ਦਾ ਇਤਿਹਾਸ ਦੀ ਆਪਾਂ ਗੱਲ ਕਰ ਲਈਏ, ਇਹਨੂੰ ਬਣਾਉਣ ਵਾਲਾ ਕੌਣ ਸੀ? ਸੁਭਾਸ਼ ਚੰਦਰ ਬੋਸ, ਠੀਕ ਹੈ, ਸੁਭਾਸ਼ ਚੰਦਰ ਬੋਸ ਜੀ ਸੀ। ਤਾਂ ਉਵੇਂ ਹੀ ਸੁਭਾਸ਼ ਚੰਦਰ ਬੋਸ ਜੀ ਨੇ ਇੱਕ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਵੀ ਕੀਤੀ ਸੀ, ਠੀਕ ਹੈ। ਜਦੋਂ ਇਹਨਾਂ ਨੇ ਲਾਈਵ ਟੈਲੀਕਾਸਟ ਕੀਤਾ ਸੀ ਰੇਡੀਓ ਦੇ ਉੱਪਰ, ਗਾਂਧੀ ਜੀ ਨੂੰ ਕਿਹਾ ਸੀ ਕਿ ਸਾਨੂੰ ਤੁਹਾਡੀ ਲੋੜ ਨਹੀਂ, ਪਰ ਸਾਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਤਾਂ ਉਦੋਂ ਬਣਦੀ ਹੈ ਜੀ ਆਜ਼ਾਦ ਹਿੰਦ ਫੌਜ ਬਣਦੀ ਹੈ, ਤਾਂ ਉਹ ਸੀਗੀ 1943 ਚ, ਠੀਕ ਹੈ ਜੀ। ਤਾਂ ਬਲੈਕ, ਜੇਕਰ ਗੱਲ ਕਰੀਏ ਫਾਰਵਰਡ ਬਲੈਕ ਨਾਮਕ ਪਾਰਟੀ ਦੀ, ਤਾਂ ਇਹ ਕਦੋਂ ਬਣੀ ਸੀਗੀ? ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ C ਆਪਸ਼ਨ, 1939 ਈਸਵੀ ਦੇ ਵਿੱਚ। ਅੱਗੇ ਵਿਦਿਆਰਥੀ ਸਾਥੀਓ, ਅੱਜ ਦਾ ਆਪਣੇ ਕੋਲੇ ਚੌਥਾ ਪ੍ਰਸ਼ਨ ਹੈ, ਕ੍ਰਿਪਸ ਮਿਸ਼ਨ ਕਿਸ ਵਾਇਸਰਾਏ ਇੱਥੇ ਆਣਾ ਸੀ ਜੀ? ਕਿਸ ਵਾਇਸਰਾਏ ਦੇ ਸਮੇਂ ਆਇਆ ਸੀ? ਠੀਕ ਹੈ, ਕ੍ਰਿਪਸ ਮਿਸ਼ਨ। ਤਾਂ ਆਪਣੇ ਕੋਲੇ ਆਪਸ਼ਨਾਂ ਨੇ ਲਾਰਡ ਵੈਵਲ, B ਤੇ ਲਾਰਡ ਲਿਖਨ, ਇੱਥੇ ਆਣਾ ਸੀ ਲਿਥਨਗੋ ਤੋਂ ਆਣਾ ਸੀ। ਅੱਜ ਮਿਸਟੇਕਸ ਬਹੁਤ ਜ਼ਿਆਦਾ ਹੋ ਗਈਆਂ ਇਹਦੇ ਚ। C ਆਪਣੇ ਕੋਲੇ ਲਾਰਡ ਹਾਰਡਿੰਗ, D ਤੇ ਆਪਣੇ ਕੋਲੇ ਲਾਰਡ ਡਲਹੌਜੀ। ਤਾਂ ਵਿਦਿਆਰਥੀ ਸਾਥੀਓ, ਕ੍ਰਿਪਸ ਮਿਸ਼ਨ ਦੀ ਗੱਲ ਕਰੀਏ ਤਾਂ ਕਦੋਂ ਆਇਆ ਸੀਗਾ? 1942 ਚ। ਹੁਣ 1942 ਚ ਇੱਕ ਹੋਰ ਇਤਿਹਾਸ ਦੇ ਨਾਲ ਜੋੜ ਕੇ ਆਪਾਂ ਵੇਖੀਏ ਕਿ 1942 ਚ ਇੱਥੇ ਕਿਹੜਾ ਅੰਦੋਲਨ ਚੱਲ ਰਿਹਾ ਸੀ? ਕਿਹੜਾ ਅੰਦੋਲਨ ਹੈ ਜਿਹੜਾ ਚੱਲ ਰਿਹਾ ਸੀ? ਤਾਂ ਵਿਦਿਆਰਥੀ ਸਾਥੀਓ, ਉਦੋਂ ਚੱਲ ਰਿਹਾ ਸੀ ਕੁਇਟ ਇੰਡੀਆ ਮੂਵਮੈਂਟ, ਠੀਕ ਹੈ, ਕੁਇਟ ਇੰਡੀਆ ਮੂਵਮੈਂਟ, ਯਾਨੀ ਕਿ ਭਾਰਤ ਛੱਡੋ ਅੰਦੋਲਨ ਗਾਂਧੀ ਜੀ ਦੁਆਰਾ ਚਲਾਇਆ ਜਾ ਰਿਹਾ ਸੀ। ਤਾਂ ਉਹਦੀ ਈਸਵੀ ਕਿੰਨੀ ਸੀ? 1942। ਤਾਂ ਉਸ ਸਮੇਂ ਕ੍ਰਿਪਸ ਮਿਸ਼ਨ ਹੈ ਜਿਹੜਾ ਆਉਂਦਾ, ਤਾਂ ਉੱਥੇ ਵਾਇਸਰਾਏ ਕੌਣ ਸੀ ਭਾਰਤ ਦੇ ਵਿੱਚ? A ਤੇ ਆਪਣੇ ਕੋਲੇ ਲਾਰਡ ਵੈਵਲ, B ਤੇ ਆਪਣੇ ਕੋਲੇ ਲਾਰਡ ਲਿਥਨਗੋ, ਤੇ C ਤੇ ਆਪਣੇ ਕੋਲੇ ਲਾਰਡ ਹਾਰਡਿੰਗ, D ਤੇ ਲਾਰਡ ਡਲਹੌਜੀ। ਤੇ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ B, ਲਾਰਡ ਲਿਥਨਗੋ ਸੀ। ਅੱਗੇ ਆ ਜੀ
5 ਨੰਬਰ ਅੱਜ ਦਾ ਆਪਣੇ ਕੋਲੇ ਪ੍ਰਸ਼ਨ ਹੈ, ਕੈਬਨਿਟ ਮਿਸ਼ਨ ਭਾਰਤ ਵਿੱਚ ਕਿਸ ਵਾਇਸਰਾਏ ਸਮੇਂ ਆਇਆ ਸੀ? ਕੈਬਨਿਟ ਮਿਸ਼ਨ ਪੁੱਛਿਆ ਹੁਣ ਤਾਂ ਆਪਣੇ ਕੋਲੇ ਆਪਸ਼ਨਾਂ ਨੇ ਜੀ, ਏ ਤੇ ਲਾਰਡ ਲਿਟਨ, ਬੀ ਤੇ ਲਾਰਡ ਰਿਪਨ, ਸੀ ਤੇ ਲਾਰਡ ਰਿਪਨ, ਦੋਵੇਂ ਇੱਕੋ ਹੀ ਹੋ ਗਈਆਂ ਆਪਣੇ ਕੋਲੇ, ਡੀ ਤੇ ਆਪਣੇ ਕੋਲੇ ਲਾਰਡ ਵੈਵਲ। ਤਾਂ ਦੇਖੋ ਵਿਦਿਆਰਥੀ ਸਾਥੀਓ, ਜੋ ਇਹਦਾ ਰਾਈਟ ਆਨਸਰ ਹੋ ਜਾਏਗਾ ਉਹ ਹੋ ਜਾਏਗਾ ਜੀ ਡੀ ਆਪਸ਼ਨ, ਲਾਰਡ ਵੈਵਲ। ਤਾਂ ਜੇਕਰ ਸਨ ਪੁੱਛ ਲੈਣ ਤਾਂ 1946 ਈਸਵੀ ਚ ਕੈਬਨਿਟ ਮਿਸ਼ਨ ਆਉਂਦੇ ਨੇ। ਤਾਂ ਉਧਰੋਂ ਹੀ ਆਪਾਂ ਹੋਰ ਗੱਲ ਕਰੀਏ, ਬੰਦੇ ਕਿੰਨੇ ਸੀਗੇ? ਠੀਕ ਆ, ਤਾਂ ਇਹ 3 ਬੰਦੇ ਸਨ। ਤਾਂ ਇਹਦਾ ਜੋ ਪ੍ਰਧਾਨ ਸੀ ਉਹ ਮੰਨਿਆ ਜਾਂਦਾ ਕਿ ਸਰ ਪੈਥਰਿਕ ਲਾਰੈਂਸ। ਠੀਕ ਆ, ਸਰ ਪੈਥਰਿਕ ਲਾਰੈਂਸ ਜਿਹੜਾ ਇਸ ਕੈਬਨਿਟ ਮਿਸ਼ਨ ਦਾ ਪ੍ਰਧਾਨ ਸੀ। ਅੱਗੇ ਚੱਲਦੇ ਹਾਂ ਜੀ ਆਪਾਂ, ਆਪਣੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ, ਸੁਤੰਤਰ ਭਾਰਤ ਦਾ ਪਹਿਲਾ ਅੰਗਰੇਜ਼ ਗਵਰਨਰ ਜਨਰਲ ਕੌਣ ਸੀ? ਮਤਲਬ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਦੇ ਵੱਲੋਂ ਦਾ ਮਤਲਬ ਕਿ ਭਾਰਤੀਆਂ ਨੇ ਹੀ ਲਾਇਆ ਸੀ, ਤਾਂ ਉਹ ਕੌਣ ਸੀ ਗਵਰਨਰ ਜਨਰਲ? ਏ ਤੇ ਆਪਣੇ ਕੋਲੇ ਸੀ ਗੋਪਾਲਾਚਾਰੀ, ਬੀ ਤੇ ਮਾਊਂਟ ਬੈਟਨ, ਸੀ ਤੇ ਲਾਰਡ ਵੈਵਲ, ਡੀ ਤੇ ਆਪਣੇ ਕੋਲੇ ਲਾਰਡ ਡਲਹੌਜੀ। ਤਾਂ ਇਹਦਾ ਜੋ ਵਿਦਿਆਰਥੀ ਸਾਥੀਓ ਰਾਈਟ ਆਨਸਰ ਹੋ ਜਾਏਗਾ ਮਾਊਂਟ ਬੈਟਨ। ਅੰਤਿਮ ਵੀ ਇਹੀ ਸੀਗਾ। ਠੀਕ ਹੈ, ਤਾਂ ਆਜ਼ਾਦ ਹੋਣ ਤੋਂ ਬਾਅਦ ਜਿਹੜਾ ਪਹਿਲਾ ਗਵਰਨਰ ਜਨਰਲ ਬਣਦਾ ਤਾਂ ਉਹ ਕੌਣ ਬਣਦਾ? ਮਾਊਂਟ ਬੈਟਨ। ਤੇ ਅੰਤਿਮ ਵਾਇਸ ਰਾਏ ਵੀ ਮੰਨਿਆ ਜਾਂਦਾ ਇਸ ਨੂੰ। ਅੱਗੇ ਹੈ ਜੀ, ਭਾਰਤ ਦਾ ਪਹਿਲਾ ਵਾਇਸ ਰਾਏ ਕੌਣ ਸੀ? ਵਾਇਸ ਰਾਏ ਪਹਿਲਾਂ ਪੁੱਛਿਆ ਜਦੋਂ ਕਿਸੇ ਗਵਰਨਰ ਜਨਰਲ ਦੀ ਉਪਾਧੀ ਖਤਮ ਕੀਤੀ ਗਈ ਸੀ ਤੇ ਵਾਇਸ ਰਾਏ ਸ਼ੁਰੂ ਕੀਤੇ ਗਏ ਸਨ। ਇਹ ਗੱਲ ਕਰਦਾ ਤਾਜ ਸ਼ਾਸਨ ਦੇ ਸਮੇਂ ਤੋਂ। ਤਾਜ ਸ਼ਾਸਨ ਜਦੋਂ ਆ ਗਿਆ ਸੀ ਤਾਂ ਉਦੋਂ ਕੀ ਸੀ? ਵਾਇਸ ਰਾਏ ਬਣਨ ਲੱਗ ਪਏ ਸਨ। ਏ ਤੇ ਆਪਣੇ ਕੋਲੇ ਮਾਊਂਟ ਬੈਟਨ, ਸੀ ਤੇ ਆਪਣੇ ਕੋਲੇ ਸੀ ਰਾਜਾ ਗੋਪਾਲਚਾਰੀ, ਸੌਰੀ ਬੀ ਤੇ ਸੀ ਰਾਜਾ ਗੋਪਾਲਚਾਰੀ, ਤੇ ਸੀ ਤੇ ਆਪਣੇ ਕੋਲੇ ਲਾਰਡ ਡਲਹੌਜੀ, ਡੀ ਤੇ ਆਪਣੇ ਕੋਲੇ ਲਾਰਡ ਕੈਨਿੰਗ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਕੈਨਿੰਗ। 1857-58 ਦੀ ਗੱਲ ਹੈ ਜੀ। ਠੀਕ ਹੈ, ਵਿਦਰੋਹ ਹੁੰਦਾ 57 ਦੇ ਵਿੱਚ। 58 ਦੇ ਵਿੱਚ ਕੀ ਹੈ? ਮਹਾਰਾਣੀ ਵਿਕਟੋਰੀਆ ਜੀ ਆ ਜਾਂਦੇ ਨੇ, ਤਾਜ ਸ਼ਾਸਨ ਦਾ ਜਿਹੜੀ ਸ਼ੁਰੂਆਤ ਹੋ ਜਾਂਦੀ ਭਾਰਤ ਦੇ ਵਿੱਚ। ਤਾਂ ਉਦੋਂ ਕੀ ਹੈ? ਲਾਰਡ ਕੈਨਿੰਗ ਨੂੰ ਭਾਰਤ ਦਾ ਪਹਿਲਾ ਵਾਇਸਰਾਏ ਲਗਾ ਦਿੱਤਾ ਜਾਂਦਾ। ਚਲੋ ਜੀ ਅੱਗੇ ਦੇਖਦੇ ਆਪਾਂ। ਅੱਜ ਦਾ ਆਪਣੇ ਕੋਲੇ 8 ਨੰਬਰ ਪ੍ਰਸ਼ਨ ਹੈ, 1 ਨਵੰਬਰ 1858 ਨੂੰ ਮਹਾਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਪੜ੍ਹ ਕੇ ਕਿਸ ਨੇ ਇਲਾਹਾਬਾਦ ਵਿੱਚ ਸੁਣਾਇਆ ਸੀ? ਦੇਖੋ ਉਹੀ ਸੁਣਾਊਗਾ ਨਾ ਜਿਹੜਾ ਵਾਇਸਰਾਏ ਹੋਏਗਾ। ਤਾਂ ਆਪਣੇ ਕੋਲੇ ਆਪਸ਼ਨਾਂ ਨੇ, ਏ ਤੇ ਲਾਰਡ ਡਲਹੌਜੀ, ਬੀ ਤੇ ਲਾਰਡ ਕੈਨਿੰਗ, ਸੀ ਤੇ ਲਾਰਡ ਡਫਰਿਨ, ਤੇ ਡੀ ਤੇ ਲਾਰਡ ਵੈਵਲ। ਤੇ ਇਹਦਾ ਰਾਈਟ ਆਨਸਰ ਲਾਰਡ ਕੈਨਿੰਗ ਹੀ ਹੋਵੇਗਾ। ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, ਅੰਗਰੇਜ਼ਾਂ ਨੇ ਸਿੰਧ ਪ੍ਰਾਂਤ ਕਦੋਂ ਜਿੱਤਿਆ ਸੀ? ਸਿੰਧ ਦਾ ਪ੍ਰਾਂਤ ਪੁੱਛਿਆ ਇੱਥੇ। ਏ ਤੇ ਆਪਣੇ ਕੋਲੇ ਆਪਸ਼ਨ 1843, ਬੀ ਤੇ 1845, ਸੀ ਤੇ 1849, ਤੇ ਡੀ ਤੇ ਆਪਣੇ ਕੋਲੇ 1854 ਜੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਕਿਹੜਾ ਹੋ ਜਾਏਗਾ ਜੀ? 1843। ਠੀਕ ਹੈ, ਤਾਂ ਇਹ ਕੀ ਸੀਗਾ? ਅੰਗਰੇਜ਼ਾਂ ਨੇ ਸਿੰਧ ਦਾ ਪ੍ਰਾਂਤ, ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਇਹ ਇਲਾਕਾ ਸੀ, ਪਰ ਉਹਨਾਂ ਦੀ ਮੌਤ ਤੋਂ ਬਾਅਦ ਕੀ ਆ, ਅੰਗਰੇਜ਼ਾਂ ਨੇ ਇਹਦੇ ਉੱਪਰ ਕਬਜ਼ਾ ਕਰ ਲਿਆ ਸੀ। ਤਾਂ ਉਦੋਂ ਜੇਕਰ ਗੱਲ ਕਰੀਏ ਤਾਂ ਅੰਗਰੇਜ਼ਾਂ ਦੇ ਵੱਲੋਂ ਦੀ ਹੈੱਡ ਕੌਣ ਸੀ? ਐਲਿਨ ਬਰੋ। ਐਲਿਨ ਬਰੋ ਜਿਸ ਨੇ ਕੀ ਐਤਵਾਰ ਦੀ ਛੁੱਟੀ ਘੋਸ਼ਿਤ ਕੀਤੀ ਸੀ, ਉਹ ਵੀ 1843 ਈਸਵੀ ਦੇ ਵਿੱਚ ਹੀ ਕੀਤੀ ਸੀ। ਚਲੋ ਜੀ ਅੱਗੇ ਦੇਖਦੇ ਹਾਂ। ਅੱਜ ਦਾ ਆਪਣੇ ਕੋਲੇ 10 ਨੰਬਰ ਪ੍ਰਸ਼ਨ ਹੈ, ਕਿਸ ਗਵਰਨਰ ਜਨਰਲ ਨੇ ਭਾਰਤ ਵਿੱਚ ਦਾਸ ਪ੍ਰਥਾ ਦਾ ਅੰਤ ਕੀਤਾ? ਦੇਖੋ ਇੱਕ ਤਾਂ ਐਤਵਾਰ ਦੀ ਛੁੱਟੀ ਦਿਵਾਉਣ ਵਾਲਾ, ਦੂਜਾ ਨੰਬਰ ਮਜ਼ਦੂਰਾਂ ਦਾ ਜਿਹੜਾ ਕਿ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਉਹਨਾਂ ਦਾ ਅੰਤ ਕਰਨ ਵਾਲਾ ਕਿਹੜਾ ਗਵਰਨਰ ਜਨਰਲ ਸੀ? ਏ ਤੇ ਲਾਰਡ ਕਾਰਨਵਾਲਿਸ, ਬੀ ਤੇ ਐਲਿਨ ਬਰੋ, ਸੀ ਤੇ ਬੈਂਟਿਕ, ਡੀ ਤੇ ਆਪਣੇ ਕੋਲੇ ਸਰ ਜੌਨ ਸ਼ੋਰ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਬੀ ਆਪਸ਼ਨ ਹੋ ਜਾਏਗਾ ਜੀ ਐਲਿਨ ਬਰੋ। ਚਲੋ ਜੀ ਅੱਗੇ ਦੇਖਦੇ ਹਾਂ ਆਪਾਂ। ਅੱਗੇ ਆਪਣੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਪਹਿਲੀ ਰੇਲਵੇ ਲਾਈਨ ਦਾ ਨਿਰਮਾਣ ਕਿਹੜੇ ਨਗਰਾਂ ਦੇ ਵਿਚਕਾਰ ਹੋਇਆ ਸੀ? ਇਹ ਕੁਐਸਚਨ ਆਪਾਂ ਪਹਿਲਾਂ ਵੀ ਬਹੁਤ ਵਾਰ ਪੜ੍ਹ ਚੁੱਕੇ ਹਾਂ। ਏ ਤੇ ਆਪਣੇ ਕੋਲੇ ਹਾਵੜਾ ਤੋਂ ਸ਼੍ਰੀ ਰਾਮਪੁਰ, ਬੀ ਤੇ ਆਪਣੇ ਕੋਲੇ ਮੁੰਬਈ ਤੋਂ ਪੁਣੇ, ਸੀ ਤੇ ਆਪਣੇ ਕੋਲੇ ਮੁੰਬਈ ਤੋਂ ਥਾਣੇ, ਤੇ ਡੀ ਤੇ ਆਪਣੇ ਕੋਲੇ ਦਿੱਲੀ ਤੋਂ ਆਗਰਾ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਸੀ ਆਪਸ਼ਨ ਮੁੰਬਈ ਤੋਂ ਥਾਣੇ। ਇਹ ਕਦੋਂ ਚੱਲੀ ਸੀ? 1853 ਈਸਵੀ ਦੇ ਵਿੱਚ। ਠੀਕ ਹੈ ਵਿਦਿਆਰਥੀ ਸਾਥੀਓ, ਇੱਕ ਹੋਰ ਯਾਦ ਰੱਖ ਲਿਆ ਜੇ, ਸੂਤੀ ਕੱਪੜਾ ਉਦਯੋਗ। ਠੀਕ ਹੈ,
सूती कपड़े का जिहड़ा उद्योग सी ਉਹ भी 1853 ਚ ਮੁੰਬਈ ਤੋਂ ਪਹਿਲੀ ਵਾਰੀ ਜਿਹੜਾ ਆਰੰਭ ਕੀਤਾ ਗਿਆ ਸੀ। ਇਹ ਚੀਜ਼ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ। ਔਰ ਜੇਕਰ ਵਿਦਿਆਰਥੀ ਸਾਥੀਓ ਪੰਜਾਬ ਦੀ ਟ੍ਰੇਨ ਪੁੱਛ ਲੈਣ, ਠੀਕ ਹੈ, ਪੰਜਾਬ ਦੀ ਪਹਿਲੀ ਟ੍ਰੇਨ, ਤਾਂ ਪੰਜਾਬ ਦੀ ਜਿਹੜੀ ਪਹਿਲੀ ਟ੍ਰੇਨ ਚੱਲੀ ਸੀ ਜੀ, ਉਹ ਚੱਲੀ ਸੀ 1861 ਦੇ ਵਿੱਚ। 13 ਮਈ 1861 ਦੀ ਗੱਲ ਹੈ। ਚੱਲੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਸੀ? ਉਦੋਂ ਭਾਰਤ ਪਾਕਿਸਤਾਨ ਜਿਹੜਾ ਇਕੱਠਾ ਹੁੰਦਾ ਸੀ, ਕਰਾਚੀ ਤੋਂ ਲੈ ਕੇ ਕੋਟਲੀ ਤੱਕ ਚੱਲੀ ਸੀ, ਠੀਕ ਹੈ। ਦੋਵੇਂ ਇਲਾਕੇ ਕਿਹੜੇ ਨੇ ਮੌਜੂਦਾ ਸਮੇਂ 'ਚ? ਪਾਕਿਸਤਾਨ ਦੇ ਨੇ। ਚਲੋ ਜੀ ਅੱਗੇ ਦੇਖਦੇ ਹਾਂ ਆਪਾਂ। ਅੱਗੇ ਵਿਦਿਆਰਥੀ ਸਾਥੀਓ ਅੱਜ ਦਾ ਆਪਣੇ ਕੋਲੇ 12 ਨੰਬਰ ਪ੍ਰਸ਼ਨ ਹੈ, ਪੇਸ਼ਵਾਸ਼ਿਪ ਕਦੋਂ ਸਮਾਪਤ ਕੀਤੀ ਗਈ? ਤਾਂ ਦੇਖੋ ਜੀ ਪੇਸ਼ਵਾਸ਼ਿਪ ਜਿਹੜੀ ਕਿਹਨਾਂ ਦੇ ਵਿਚਕਾਰ ਹੁੰਦੀ ਸੀ? ਤਾਂ ਇਹ ਮਰਾਠਿਆਂ ਦੇ ਵਿਚਕਾਰ ਹੁੰਦੀ ਸੀ। ਤਾਂ ਹੁਣ ਖਤਮ ਕਦੋਂ ਕੀਤੀ ਗਈ? ਏ ਤੇ 1858, ਬੀ ਤੇ ਆਪਸ਼ਨ 1818, ਸੀ ਤੇ ਆਪਣੇ ਕੋਲੇ 1761, ਡੀ ਤੇ ਆਪਣੇ ਕੋਲੇ 1904। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ 1818 ਈਸਵੀ ਦੇ ਵਿੱਚ। ਬੀ ਆਪਸ਼ਨ ਜਿਹੜੀ ਆ ਬਿਲਕੁਲ ਹੀ ਠੀਕ ਹੋ ਜਾਏਗੀ। ਅੱਗੇ ਹੈ ਜੀ ਭਾਰਤ ਦਾ ਇੱਕਮਾਤਰ ਯਹੂਦੀ ਵਾਇਸਰਾਏ ਜਿਹੜਾ ਯਹੂਦੀ ਧਰਮ ਚੋਂ ਸੀ, ਠੀਕ ਹੈ, ਜਾਂ ਯਹੂਦੀਆਂ ਦਾ ਵਾਇਸਰਾਏ ਕਹਿ ਸਕਦੇ ਆ। ਅੰਗਰੇਜ਼ਾਂ ਨੇ ਹੀ ਇਸ ਨੂੰ ਲਾਇਆ ਸੀ। ਤਾਂ ਉਹ ਕੌਣ ਸੀ? ਇੱਕੋ ਹੀ ਬੰਦਾ ਸੀ, ਬਾਕੀ ਸਾਰੇ ਅੰਗਰੇਜ਼ ਹੀ ਸੀ। ਇਹ ਯਹੂਦੀ ਧਰਮ ਆਪਾਂ ਕਹਿ ਸਕਦੇ ਆ ਉਸ ਨੂੰ ਮੰਨਣ ਵਾਲਾ ਸੀ। ਤਾਂ ਉਹ ਕਿਹੜਾ ਵਾਇਸਰਾਏ ਸੀ? ਇਹ ਤੇ ਆ ਲਾਰਡ ਰੀਡਿੰਗ, ਬੀ ਤੇ ਆਪਣੇ ਕੋਲੇ ਲਾਰਡ ਕਰਜਨ, ਸੀ ਤੇ ਲਾਰਡ ਅਰਵਿਨ ਤੇ ਡੀ ਤੇ ਆਪਣੇ ਕੋਲੇ ਲਾਰਡ ਕੈਨਿੰਗ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਰੀਡਿੰਗ। ਯਾਦ ਰੱਖ ਲਿਓ ਯਹੂਦੀ ਵਾਇਸਰਾਏ ਪੁੱਛ ਸਕਦੇ ਆ। ਚਲੋ ਵਿਦਿਆਰਥੀ ਸਾਥੀਓ ਅੱਗੇ ਦੇਖਦੇ ਆ ਆਪਾਂ। ਅੱਗੇ ਆਪਣੇ ਕੋਲੇ 14 ਨੰਬਰ ਪ੍ਰਸ਼ਨ ਹੈ ਅੱਜ ਦਾ, ਕਿਸ ਕੰਪਨੀ ਨੇ ਭਾਰਤ ਵਿੱਚ ਪਹਿਲੀ ਵਾਰ ਰੇਲਵੇ ਯਾਤਰਾ ਸ਼ੁਰੂ ਕੀਤੀ ਸੀ? ਕੰਪਨੀ ਕਿਹੜੀ ਸੀ ਜਿਹੜੀ ਰੇਲ ਨੂੰ ਬਣਾਉਣ ਵਾਲੀ ਸੀ, ਜਾਂ ਰੇਲ ਲਾਈਨ ਵਿਛਾਉਣ ਵਾਲੀ, ਜਾਂ ਰੇਲ ਨੂੰ ਚਾਲੂ ਕਰਨ ਵਾਲੀ? ਤਾਂ ਏ ਤੇ ਆਪਸ਼ਨ ਈਸਟਰਨ ਰੇਲਵੇ, ਬੀ ਤੇ ਗ੍ਰੇਟ ਇੰਡੀਅਨ ਪੈਨਸੂਲਾ ਰੇਲਵੇ, ਸੀ ਤੇ ਹੈ ਮਦਰਾਸ ਰੇਲਵੇ, ਤੇ ਡੀ ਤੇ ਆਪਣੇ ਕੋਲੇ ਅਵਧ ਰੇਲਵੇ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਬੀ ਆਪਸ਼ਨ ਗ੍ਰੇਟ ਇੰਡੀਅਨ ਪੈਨਸੂਲਾ ਰੇਲਵੇ ਨਾਮਕ ਕੰਪਨੀ ਸੀ ਜਿਸ ਨੇ ਪਹਿਲੀ ਵਾਰੀ ਜਿਹੜੀ ਹੈ ਰੇਲ ਦੀ ਸ਼ੁਰੂਆਤ ਕੀਤੀ 1853 ਚ ਮੁੰਬਈ ਤੋਂ ਲੈ ਕੇ ਥਾਣੇ ਤੱਕ। ਤੇ ਸ਼ਾਮ ਨੂੰ 5:30 ਵਜੇ ਟ੍ਰੇਨ ਚੱਲਦੀ ਹੈ। 14 ਦੇ ਡੱਬੇ ਸੀ ਤੇ 34 ਕਿਲੋਮੀਟਰ ਦਾ ਇਹਨੇ ਸਫ਼ਰ ਤੈਅ ਕੀਤਾ ਸੀ। ਚਲੋ ਜੀ ਅੱਗੇ ਦੇਖਦੇ ਹਾਂ ਵਿਦਿਆਰਥੀ ਸਾਥੀਓ। ਅੱਗੇ ਆਪਣੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਡਲਹੌਜੀ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਸੀ? ਪੰਜਾਬ ਨੂੰ, ਠੀਕ ਹੈ ਜੀ। ਤਾਂ ਏ ਤੇ ਆਪਣੇ ਕੋਲੇ 1854, ਬੀ ਤੇ ਆਪਣੇ ਕੋਲੇ 1857, ਸੀ ਤੇ 1853 ਤੇ ਡੀ ਤੇ 1849। ਤਾਂ ਦੇਖੋ ਦੂਜਾ ਐਂਗਲੋ ਸਿੱਖ ਵਾਰ ਹੁੰਦਾ ਤਾਂ ਉਹਦੇ ਵਿੱਚ ਕੀ ਅੰਗਰੇਜ਼ ਜਿੱਤ ਜਾਂਦੇ ਨੇ, ਸਿੱਖ ਹਾਰ ਜਾਂਦੇ ਨੇ। ਤਾਂ ਪੰਜਾਬ ਨੂੰ ਜਿਹੜਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਜਾਂਦਾ। ਤੇ ਜੇਕਰ ਕਰੈਕਟ ਸਾਲ ਪੁੱਛ ਲੈਣ ਤਾਂ ਉਹ ਕਿਹੜਾ ਸੀਗਾ ਜੀ 1849 ਈਸਵੀ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਐਲਬਰਟ ਬਿੱਲ ਵਿਵਾਦ ਕਿਸ ਵਾਇਸਰਾਏ ਸਮੇਂ ਜਿਹੜਾ ਹੁੰਦਾ? ਤਾਂ ਏ ਤੇ ਆਪਣੇ ਕੋਲੇ ਆਪਸ਼ਨ ਲਾਰਡ ਰਿਪਨ, ਬੀ ਤੇ ਲਾਰਡ ਲਿਟਨ, ਸੀ ਤੇ ਲਾਰਡ ਕੈਨਿੰਗ ਤੇ ਡੀ ਤੇ ਆਪਣੇ ਕੋਲੇ ਲਾਰਡ ਡਲਹੌਜੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਤਾਂ ਉਹ ਹੋ ਜਾਏਗਾ ਆਪਣੇ ਕੋਲੇ ਏ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ ਲਾਰਡ ਰਿਪਨ। ਚਲੋ ਜੀ ਅੱਗੇ ਦੇਖਦੇ ਹਾਂ ਆਪਾਂ। ਅੱਗੇ ਅੱਜ ਦਾ ਆਪਣੇ ਕੋਲੇ 17 ਨੰਬਰ ਪ੍ਰਸ਼ਨ ਹੈ, ਅੰਗਰੇਜ਼ਾਂ ਦਾ ਸਭ ਤੋਂ ਵੱਧ ਵਿਰੋਧ ਜਿਹੜਾ ਕਿਸ ਨੇ ਕੀਤਾ ਸੀ? ਏ ਤੇ ਮਰਾਠਾ, ਬੀ ਤੇ ਰਾਜਪੂਤ, ਸੀ ਤੇ ਸਿੱਖਾਂ ਨੇ, ਜਾਂ ਡੀ ਤੇ ਮੁਗਲਾਂ ਨੇ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਮਰਾਠਾ, ਜਿਹੜੇ ਕਿ ਇਹਨਾਂ ਦੇ ਆਪਾਂ ਹੈੱਡ ਕਹਿ ਸਕਦੇ ਹਾਂ, ਜਾਂ ਇਹਨਾਂ ਨੂੰ ਬਣਾਉਣ ਵਾਲੇ ਕੌਣ ਸੀਗੇ? ਤਾਂ ਉਹ ਸ਼ਿਵਾਜੀ ਮਹਾਰਾਜ ਸਨ। ਅੱਗੇ ਦੇਖਦੇ ਹਾਂ ਜੀ ਅਗਲਾ ਆਪਣੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਕਕੋਰੀ ਰੇਲ ਕਾਂਡ ਕਿਸ ਗਵਰਨਰ ਜਨਰਲ ਸਮੇਂ ਹੋਇਆ ਸੀਗਾ? ਤਾਂ ਦੇਖੋ ਕਕੋਰੀ ਰੇਲ ਕਾਂਡ ਚ ਕੀ ਹੋਇਆ ਸੀ? ਕ੍ਰਾਂਤੀਕਾਰੀਆਂ ਨੇ ਜਿਹੜਾ ਖਜ਼ਾਨੇ ਨੂੰ ਲੁੱਟਿਆ ਸੀ, ਠੀਕ ਹੈ, ਕ੍ਰਾਂਤੀਕਾਰੀਆਂ ਨੇ ਖਜ਼ਾਨੇ ਨੂੰ ਲੁੱਟਿਆ ਸੀਗਾ। ਤੇ ਜੇਕਰ ਗੱਲ ਕਰੀਏ ਉਸ ਸਮੇਂ ਗਵਰਨਰ ਜਨਰਲ ਕੌਣ ਸੀ? ਤਾਂ ਇਹ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ ਲਾਰਡ ਰੀਡਿੰਗ। ਤਾਂ ਲਾਰਡ ਰੀਡਿੰਗ ਦੇ ਸਮੇਂ ਵਿੱਚ ਕੀ ਹੈ ਇਸ ਨੂੰ ਲੁੱਟਿਆ ਜਾਂਦਾ ਹੈ, ਯਾਨੀ ਕਿ ਕਕੋਰੀ ਰੇਲ ਕਾਂਡ ਹੁੰਦਾ। ਤੇ ਇਹਦੀ ਗੱਲ ਕਰੀਏ ਆਪਾਂ ਸਮੇਂ ਦੀ ਤਾਂ 1925 ਦਾ ਸਮਾਂ ਸੀ, ਠੀਕ ਹੈ ਜੀ। ਯਹੂਦੀ ਜਿਹੜਾ ਲਾਰਡ ਰੀਡਿੰਗ ਯਹੂਦੀ ਵੀ ਸੀ, ਇਹ ਵੀ ਯਾਦ ਰੱਖ ਲਿਓ। ਅੱਗੇ ਹੈ ਜੀ 19 ਨੰਬਰ ਪ੍ਰਸ਼ਨ ਹੈ ਅੱਜ ਦਾ, ਗਾਂਧੀ ਅਰਵਿਨ ਪੈਕਟ ਕਦੋਂ ਹੋਇਆ? ਮਤਲਬ ਕਿ ਸਮਝੌਤਾ ਜਿਹੜਾ ਹੋਇਆ ਸੀ ਇਰਵਿਨ ਜਾਂ ਅਰਵਿਨ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ 1930, ਸੀ ਤੇ 1931,
ਬੀ ਤੇ ਆਪਣੇ ਕੋਲੇ 1932 ਤੇ ਡੀ ਤੇ 1935। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ 1931। ਜੇਕਰ ਕਰੈਕਟ ਡੇਟ ਵੀ ਪੁੱਛ ਲੈਣ ਤਾਂ ਹੋ ਜਾਏਗੀ ਆਪਣੀ 5 ਮਾਰਚ। ਠੀਕ ਹੈ ਜੀ, 5 ਮਾਰਚ 1931 ਨੂੰ ਗਾਂਧੀ ਅਰਵਿੰਦ ਪੈਕਟ ਜਾਂ ਸਮਝੌਤਾ ਹੁੰਦਾ। ਅੱਗੇ ਹੈ ਜੀ, ਭਾਰਤ ਛੱਡੋ ਅੰਦੋਲਨ ਸਮੇਂ ਵਾਇਸਰਾਏ ਕੌਣ ਸੀ? ਭਾਰਤ ਛੱਡੋ ਅੰਦੋਲਨ ਆਪਾਂ ਦੇਖਿਆ ਪਿੱਛੇ ਵੀ ਉਹਦੇ ਬਾਰੇ ਪੜ੍ਹ ਚੁੱਕੇ ਹਾਂ। ਤਾਂ ਆਪਣੇ ਕੋਲੇ ਆਪਸ਼ਨਾਂ ਨੇ, ਏ ਤੇ ਲਾਰਡ ਡਫਰਿਨ, ਬੀ ਤੇ ਆਪਣੇ ਕੋਲੇ ਲਾਰਡ ਅਰਵਿੰਦ, ਸੀ ਤੇ ਲਾਰਡ ਲਿਥਨ ਗੋ ਆਣਾ ਸੀ ਇੱਥੇ, ਫਿਰ ਮਿਸਟੇਕ, ਤੇ ਡੀ ਤੇ ਆਪਣੇ ਕੋਲੇ ਮਾਊਂਟ ਬੈਟਨ। ਤਾਂ ਸੀ ਆਪਸ਼ਨ ਜਿਹੜੀ ਆ ਬਿਲਕੁਲ ਠੀਕ ਹੋ ਜਾਏਗੀ ਜੀ, ਲਾਰਡ ਲਿਥਨ ਗੋ ਸੀਗਾ। ਅੱਗੇ ਹੈ ਜੀ 21 ਨੰਬਰ ਪ੍ਰਸ਼ਨ ਹੈ ਅੱਜ ਦਾ, ਅੰਮ੍ਰਿਤਸਰ ਦੀ ਸੰਧੀ ਸਮੇਂ ਗਵਰਨਰ ਜਨਰਲ ਕੌਣ ਸੀ? ਜਦੋਂ ਅੰਮ੍ਰਿਤਸਰ ਦੀ ਸੰਧੀ ਹੁੰਦੀ ਹੈ ਤਾਂ ਉਦੋਂ ਗਵਰਨਰ ਜਨਰਲ ਕੌਣ ਸੀਗਾ? ਤਾਂ ਅੰਮ੍ਰਿਤਸਰ ਦੀ ਜੇਕਰ ਸੰਧੀ ਦੀ ਗੱਲ ਕਰੀਏ ਤਾਂ ਕਿਹਨਾਂ ਦੇ ਵਿਚਕਾਰ ਹੁੰਦੀ ਹੈ? ਰਣਜੀਤ ਸਿੰਘ ਜੀ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੁੰਦੀ ਹੈ। ਤਾਂ ਸਤਲੁਜ ਨਦੀ ਦੇ ਜਿਹੜੇ ਪਾਰਲੇ ਇਲਾਕੇ ਨੇ ਉਹ ਕੀ ਸੀਗੇ? ਜਿਹੜੇ ਤਾਂ ਪੰਜਾਬ ਵਾਲੀ ਸਾਈਡ ਨੂੰ ਨੇ ਉਹ ਰਣਜੀਤ ਸਿੰਘ ਜੀ ਕੋਲੇ ਰਹਿ ਗਏ ਸੀ, ਤੇ ਜਿਹੜੇ ਪੰਜਾਬ ਤੋਂ ਪੂਰਬੀ ਦਿਸ਼ਾ ਵੱਲ ਪੈਂਦੇ ਸੀਗੇ ਤਾਂ ਉਹ ਕਿਹਦੇ ਕੋਲੇ ਚਲੇ ਗਏ ਸੀਗੇ? ਅੰਗਰੇਜ਼ਾਂ ਦੇ ਕੋਲੇ। ਤਾਂ ਉਦੋਂ ਜਿਹੜਾ ਗਵਰਨਰ ਜਨਰਲ ਕੌਣ ਸੀ? ਇਹ ਤੇ ਆਪਣੇ ਕੋਲੇ ਆਪਸ਼ਨ ਲਾਰਡ ਹਾਰਡਿੰਗ, ਬੀ ਤੇ ਲਾਰਡ ਡਲਹੌਜੀ, ਸੀ ਤੇ ਲਾਰਡ ਮਿੰਟੋ, ਤੇ ਡੀ ਤੇ ਆਪਣੇ ਕੋਲੇ ਲਾਰਡ ਵੈਲਜ਼ਲੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ, ਹੋ ਜਾਏਗਾ ਲਾਰਡ ਮਿੰਟੋ। ਸੀ ਆਪਸ਼ਨ ਜਿਹੜੀ ਆ ਬਿਲਕੁਲ ਠੀਕ ਹੋ ਜਾਏਗੀ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ, ਸਿੱਖਿਆ ਵਿੱਚ ਸੁਧਾਰ ਲਈ ਹੇਠ ਆਯੋਗ ਕਿਸ ਗਵਰਨਰ ਜਨਰਲ ਸਮੇਂ ਆਇਆ ਸੀਗਾ? ਤਾਂ ਦੇਖੋ ਜੀ, ਕਿਹੜੇ ਗਵਰਨਰ ਜਨਰਲ ਸਮੇਂ ਜਿਹੜਾ ਇਹ ਆਉਂਦਾ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਲਾਰਡ ਲਿਟਨ, ਬੀ ਤੇ ਲਾਰਡ ਰਿਪਨ, ਸੀ ਤੇ ਲਾਰਡ ਡਫਰਿਨ, ਡੀ ਤੇ ਉਪਰੋਕਤ ਸਾਰੇ। ਦੇਖੋ ਉਪਰੋਕਤ ਸਾਰੇ ਤਾਂ ਜਿਹੜਾ ਬਿਲਕੁਲ ਵੀ ਨਹੀਂ ਹੋ ਸਕਦਾ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਰਿਪਨ। ਤਾਂ 1984 ਤੋਂ 80 ਤੋਂ ਲੈ ਕੇ 84 ਤੱਕ ਜਿਹੜਾ ਆਪਾਂ ਕਹਿ ਸਕਦੇ ਆ ਇਹਦਾ ਕਾਰਜਕਾਲ ਸੀਗਾ। ਮੁਸਲਿਮ ਲੀਗ ਦੀ ਸਥਾਪਨਾ ਕਿਸ ਵਾਇਸਰਾਏ ਸਮੇਂ ਹੁੰਦੀ ਹੈ? ਮੁਸਲਿਮ ਸੰਪਰਦਾ ਦੀ। ਠੀਕ ਹੈ ਜੀ, ਏ ਤੇ ਆਪਸ਼ਨ ਲਾਰਡ ਹਾਰਡਿੰਗ, ਬੀ ਤੇ ਆਪਣੇ ਕੋਲੇ ਲਾਰਡ ਅਰਵਿੰਦ, ਸੀ ਤੇ ਲਾਰਡ ਮਿੰਟੋ ਸੈਕਿੰਡ, ਜਾਂ ਡੀ ਤੇ ਆਪਣੇ ਕੋਲੇ ਲਾਰਡ ਚੈਮਸਫੋਰਡ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ, ਤਾਂ ਉਹ ਹੋ ਜਾਏਗਾ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਲਾਰਡ ਮਿੰਟੋ ਸੈਕਿੰਡ। ਤਾਂ ਜੇਕਰ ਗੱਲ ਕਰ ਲਈ ਆਪਾਂ ਇਹਦੀ ਸਥਾਪਨਾ ਦੀ ਤਾਂ 1906 ਦੇ ਵਿੱਚ ਹੋਈ, 30 ਦਸੰਬਰ 1906 ਚ। ਠੀਕ ਹੈ ਜੀ, ਤਾਂ ਇਹਦਾ ਜੋ ਪ੍ਰਧਾਨ ਸੀ ਉਹ ਕਿਹਨੂੰ ਲਾਇਆ ਗਿਆ ਸੀ? ਆਗਾ ਖਾਨ। ਆਗਾ ਖਾਨ। ਤਾਂ ਲਾਰਡ ਮਿੰਟੋ ਦਾ ਕਾਰਜਕਾਲ ਵੇਖ ਲਈਏ ਤਾਂ ਉਹ ਕਿੰਨਾ ਸੀਗਾ? 1905 ਤੋਂ ਲੈ ਕੇ 1910 ਤੱਕ। ਤਾਂ ਉਸ ਦੇ ਕਾਰਜਕਾਲ ਦੇ ਦੌਰਾਨ ਹੀ ਕੀ ਹੁੰਦਾ? ਮੁਸਲਿਮ ਲੀਗ ਦੀ ਸਥਾਪਨਾ ਹੁੰਦੀ ਹੈ। ਅੱਗੇ ਦੇਖਦੇ ਹਾਂ ਜੀ, ਅੱਜ ਦਾ ਆਪਣੇ ਕੋਲੇ 24 ਨੰਬਰ ਪ੍ਰਸ਼ਨ ਹੈ, ਕਾਂਗਰਸ ਦਾ ਸੁਰਤ ਅਧਿਵੇਸ਼ਨ 1907 ਕਿਸ ਵਾਇਸਰਾਏ ਸਮੇਂ ਜਿਹੜਾ ਹੁੰਦਾ ਹੈ? ਤਾਂ ਇਹ ਤੇ ਆਪਸ਼ਨ ਆਪਣੇ ਕੋਲੇ ਲਾਰਡ ਮਿੰਟੋ, ਇੱਥੇ ਜੋ ਦੀ ਥਾਂ ਤੇ ਆਣਾ ਸੀ ਸੈਕਿੰਡ। ਠੀਕ ਹੈ ਜੀ, ਤੇ ਬੀ ਤੇ ਆਪਣੇ ਕੋਲੇ ਲਾਰਡ ਅਰਵਿੰਦ, ਸੀ ਤੇ ਆਪਣੇ ਕੋਲੇ ਲਾਰਡ ਡਲਹੌਜੀ, ਤੇ ਡੀ ਤੇ ਵੀ ਪਿਆ ਆਪਣੇ ਕੋਲੇ ਲਾਰਡ ਅਰਵਿੰਦ। ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਮਿੰਟੋ ਦੂਜਾ। ਇਹ ਹੁਣ ਜੇਕਰ ਗੱਲ ਕਰੀਏ ਕਦੋਂ ਹੋਇਆ ਤਾਂ 1907 ਆਪਾਂ ਨੂੰ ਬ੍ਰੈਕਟ 'ਚ ਵੀ ਦਿੱਤਾ ਹੋਇਆ। ਤਾਂ ਪ੍ਰਧਾਨ ਕੌਣ ਸੀ ਉਸ ਸਮੇਂ ਅਧਿਵੇਸ਼ਨ ਲਿਆਉਣ ਵਾਲਾ? ਠੀਕ ਹੈ, ਤਾਂ ਉਹ ਸੀਗਾ ਜੀ ਰਾਸ ਬਿਹਾਰੀ ਘੋਸ਼। ਠੀਕ ਹੈ ਜੀ, ਰਾਸ ਬਿਹਾਰੀ ਘੋਸ਼। ਚਲੋ ਜੀ ਅੱਗੇ ਦੇਖਦੇ ਹਾਂ ਹੁਣ ਆਪਾਂ। ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਦੇ ਚੰਪਾਰਨ ਅੰਦੋਲਨ ਸਮੇਂ ਵਾਇਸਰਾਏ ਕੌਣ ਸੀ? ਚੰਪਾਰਨ ਅੰਦੋਲਨ ਸਮੇਂ ਤਾਂ ਇਹ ਤੇ ਆਪਣੇ ਕੋਲੇ ਲਾਰਡ ਰੀਡਿੰਗ, ਬੀ ਤੇ ਆਪਣੇ ਕੋਲੇ ਲਾਰਡ ਚੈਮਸਫੋਰਡ, ਸੀ ਤੇ ਲਾਰਡ ਵੈਵਲ, ਤੇ ਡੀ ਤੇ ਆਪਣੇ ਕੋਲੇ ਲਾਰਡ ਅਰਵਿੰਦ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲੇ ਬੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ, ਲਾਰਡ ਚੈਮਸਫੋਰਡ ਸੀ ਜਦੋਂ ਗਾਂਧੀ ਜੀ ਦਾ ਚੰਪਾਰਨ ਜਿਹੜਾ ਅੰਦੋਲਨ ਚੱਲਿਆ ਸੀ। ਤਾਂ ਜੇਕਰ ਗੱਲ ਕਰੀਏ ਕਦੋਂ ਚੱਲਿਆ ਤਾਂ 1917 ਈਸਵੀ ਵਿੱਚ। ਅੱਗੇ ਹੈ ਜੀ ਆਪਣੇ ਕੋਲੇ ਨਹਿਰੂ ਰਿਪੋਰਟ ਕਿਸ ਵਾਇਸਰਾਏ ਸਮੇਂ ਆਈ ਸੀ? ਨਹਿਰੂ ਰਿਪੋਰਟ। ਠੀਕ ਹੈ ਜੀ, ਆਪਾਂ ਕਹਿ ਸਕਦੇ ਹਾਂ ਮੋਤੀ ਲਾਲ ਨਹਿਰੂ। ਅੱਗੇ ਉਹਨਾਂ ਦੇ ਪਿਤਾ ਜੀ ਕੌਣ ਬੇਟਾ ਜੀ ਕੌਣ ਸਨ? ਜਵਾਹਰ ਲਾਲ ਨਹਿਰੂ ਜੀ ਸਨ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਲਾਰਡ ਵਿਲਿੰਗਟਨ, ਬੀ ਤੇ ਆਪਣੇ ਕੋਲੇ ਲਾਰਡ ਅਰਵਿੰਦ, ਸੀ ਤੇ ਲਾਰਡ ਲਿਥਨ ਗੋ, ਤੇ ਡੀ ਤੇ ਆਪਣੇ ਕੋਲੇ ਕੋਈ ਨਹੀਂ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲੇ ਤਾਂ ਉਹ ਬੀ ਆਪਸ਼ਨ ਹੋ ਜਾਏਗੀ, ਲਾਰਡ ਅਰਵਿੰਦ। ਤਾਂ ਇਹ ਹੁਣ ਕਦੋਂ ਤੋਂ ਲੈ ਕੇ ਕਦੋਂ ਤੱਕ ਗੱਦੀ ਤੇ ਰਿਹਾ ਜੀ? ਇਹ ਰਿਹਾ ਸੀਗਾ 26 ਤੋਂ ਲੈ ਕੇ 1931 ਤੱਕ।
ਦੇਖੋ ਵਿਦਿਆਰਥੀ ਸਾਥੀਓ, ਹੁਣ ਜੇਕਰ ਮੈਂ ਗੱਲ ਕਰਾਂ, ਆਪਾਂ ਕੁੱਬਾ ਲਰਨੌਲ ਜੀ ਫ੍ਰੀ ਐਜੂਕੇਸ਼ਨਲ ਚੈਨਲ ਤੇ ਇੱਕ ਇੱਕ ਚੀਜ਼ ਜਿਹੜੀ ਹੈ ਡੈਪਥ ਦੇ ਨਾਲ ਜਾਣ ਰਹੇ ਹਾਂ। ਹੁਣ ਦੇਖੋ, ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਤੁਹਾਨੂੰ ਆ ਰਹੀ ਹੈ ਕੁਐਸਚਨਾਂ ਦੇ ਵਿੱਚ ਜਾਂ ਕੋਈ ਹੋਰ, ਤਾਂ ਤੁਸੀਂ ਸਾਡੇ ਚੈਨਲ ਤੇ ਕਮੈਂਟ ਕਰਕੇ ਵੀ ਸਾਡੇ ਕੋਲੋਂ ਪੁੱਛ ਸਕਦੇ ਹੋ। ਕਈ ਵਾਰੀ ਹੁੰਦਾ ਕਿ ਕਈ ਆਪਸ਼ਨਾਂ ਜਿਹੜੀਆਂ ਨੇ ਕਈ ਬੁੱਕਸ ਦੇ ਉੱਪਰ ਕੀ ਹੈ ਉਹਨਾਂ ਦਾ, ਜਿਵੇਂ ਹੁਣ ਦੇਖ ਸਕਦੇ ਨਾ ਆਪਾਂ, ਅਲੱਗ-ਅਲੱਗ ਪਬਲਿਸ਼ਰ ਹੁੰਦੇ ਨੇ, ਅਲੱਗ-ਅਲੱਗ ਬੁੱਕਸ ਕੱਢਦੇ ਨੇ, ਤਾਂ ਉਹਨਾਂ ਦੀਆਂ ਜਿਹੜੀਆਂ ਨੇ ਉੱਤਰਮਾਲਾ ਜਾਂ ਆਨਸਰ ਕੀ ਦੇ ਵਿੱਚ ਕੀ ਆ ਬੁੱਕਸ ਦੇ ਆਨਸਰ ਜਿਹੜੇ ਆ ਉਹ ਗਲਤ ਦਿੱਤੇ ਹੁੰਦੇ ਨੇ, ਜਿਸ ਕਰਕੇ ਵਿਦਿਆਰਥੀ ਗਲਤ ਪੜ੍ਹ ਰਹੇ ਨੇ। ਤਾਂ ਇੱਕ ਇੱਕ ਚੀਜ਼ ਜਿਹੜੀ ਆ ਚੰਗੀ ਤਰ੍ਹਾਂ ਤੁਸੀਂ ਕਨਫਰਮ ਕਰਕੇ ਜਾਣੀ ਕਿ ਸਾਡਾ ਜਿਹੜਾ ਰਾਈਟ ਆਨਸਰ ਆ ਉਹ ਕੀ ਬਣਦਾ ਹੋਵੇਗਾ। ਚਲਦੇ ਹਾਂ ਜੀ ਅੱਗੇ। ਆਪਾਂ ਅੱਜ ਦਾ ਆਪਣੇ ਕੋਲੇ 27 ਨੰਬਰ ਪ੍ਰਸ਼ਨ ਹੈ, ਰੈੱਡ ਕਲਿਫ ਰੇਖਾ ਕਿੰਨਾ ਦੋ ਰਾਸ਼ਟਰਾਂ ਦੇ ਵਿਚਕਾਰ ਹੈ? ਰੈੱਡ ਕਲਿਫ। ਤਾਂ A ਤੇ ਆਪਣੇ ਕੋਲੇ ਆਪਸ਼ਨ ਹੈ ਇੰਡੀਆ ਵਰਸਸ ਪਾਕਿਸਤਾਨ, B ਤੇ ਇੰਡੀਆ ਵਰਸਸ ਅਫਗਾਨਿਸਤਾਨ, C ਤੇ ਇੰਡੀਆ ਵਰਸਸ ਨੇਪਾਲ, ਤੇ D ਤੇ ਆਪਣੇ ਕੋਲੇ ਉਪਰੋਕਤ ਸਾਰੇ। ਤਾਂ ਵਿਦਿਆਰਥੀ ਸਾਥੀਓ, ਜੋ ਇਹਦਾ ਰਾਈਟ ਆਨਸਰ ਹੋ ਜਾਏਗਾ ਇੰਡੀਆ ਵਰਸਸ ਪਾਕਿਸਤਾਨ ਦੇ ਵਿਚਕਾਰ। ਉਵੇਂ ਹੀ ਆਪਾਂ ਕਹਿ ਸਕਦੇ ਹਾਂ ਇੱਕ ਲਾਈਨ ਹੈਗੀ ਜਿਹੜੀ ਡੂਰੈਂਟ, ਠੀਕ ਹੈ, ਤਾਂ ਉਹ ਲਾਈਨ ਕਿਹਨਾਂ ਦੇ ਵਿਚਕਾਰ ਹੈਗੀ ਆ? ਉਹ ਹੈਗੀ ਹੈ ਜੀ ਇੰਡੀਆ ਤੇ ਅਫਗਾਨਿਸਤਾਨ। ਤੇ ਜਿਹੜੀ ਨੇਪਾਲ ਦੇ ਵਿਚਕਾਰ ਹੈ ਤਾਂ ਇਹਨੂੰ ਕੀ ਮੰਨਿਆ ਜਾਂਦਾ? ਕਾਲੀ ਲਾਈਨ ਵੀ ਕਹਿ ਕੇ ਬੁਲਾਇਆ ਜਾਂਦਾ ਇਸ ਨੂੰ। ਤੇ ਜਿਹੜੀ ਡੂਰੈਂਟ ਸੀ ਉਹ 1896 ਚ ਬਣਦੀ ਹੈ, ਤੇ ਜਿਹੜੀ ਰੈੱਡ ਕਲਿਫ ਹੈ ਇਹ 1947 ਦੇ ਵਿੱਚ ਵੰਡ ਦੇ ਦੌਰਾਨ ਹੋਂਦ ਦੇ ਵਿੱਚ ਆਉਂਦੀ ਹੈ। ਤਾਂ ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 28 ਨੰਬਰ ਪ੍ਰਸ਼ਨ ਹੈ, ਬੰਗਾਲ ਦਾ ਅੰਤਿਮ ਗਵਰਨਰ ਜਨਰਲ ਕੌਣ ਸੀ? ਤਾਂ ਬੰਗਾਲ ਦਾ ਅੰਤਿਮ ਗਵਰਨਰ ਜਨਰਲ ਉਧਰੋਂ ਭਾਰਤ ਦਾ ਬਾਅਦ ਦੇ ਵਿੱਚ ਉਸਨੂੰ ਲਾ ਦਿੱਤਾ ਜਾਂਦਾ ਪੂਰੇ ਭਾਰਤ ਦਾ। A ਤੇ ਆਪਸ਼ਨ ਲਾਰਡ ਕੈਨਿੰਗ, B ਤੇ ਵਿਲੀਅਮ ਬੈਂਟਿਕ, C ਤੇ ਮਾਊਂਟਬੈਟਨ, D ਤੇ ਉਪਰੋਕਤ ਸਾਰੇ। ਤਾਂ B ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਲਾਰਡ ਵਿਲੀਅਮ ਬੈਂਟਿਕ। ਤਾਂ ਇਹੀ ਸਨ ਜਿਨ੍ਹਾਂ ਨੇ 1829 ਈਸਵੀ ਦੇ ਵਿੱਚ ਸਤੀ ਪ੍ਰਥਾ ਦਾ ਜਿਹੜਾ ਅੰਤ ਕੀਤਾ ਸੀ। ਤਾਂ ਰਿਵੋਲਟ ਆਫ 1857, ਭਾਵ ਕਿ 1857 ਈਸਵੀ ਦਾ ਵਿਦਰੋਹ। ਇਹਦੇ ਆਪਾਂ ਕਾਰਨ ਜਾਣਾਂਗੇ, ਇੰਪੈਕਟ, ਆਊਟਕਮਸ, ਸਿੱਟੇ ਵਗੈਰਾ ਜੋ ਵੀ ਨਿਕਲੇ ਸਨ ਉਹ ਜਾਣਾਂਗੇ। ਦੇਖੋ ਵਿਦਿਆਰਥੀ ਸਾਥੀਓ, ਤੁਸੀਂ ਪੜ੍ਹਿਆ ਹੋਊਗਾ 1857 ਈਸਵੀ ਦਾ ਵਿਦਰੋਹ ਦੀ ਥਿਊਰੀ ਬਾਰੇ ਚੰਗੀ ਤਰ੍ਹਾਂ ਤੁਹਾਨੂੰ ਨੌਲੇਜ ਹੋਵੇਗੀ, ਕਿਉਂਕਿ ਤੁਸੀਂ PS ਟੈਟ ਪਾਸ ਕਰ ਚੁੱਕੇ ਹੋ ਜਾਂ ਫਿਰ ਤੁਸੀਂ ਹੋਰ ਵੀ ਕੋਈ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਨੂੰ ਇਹ ਸਟੋਰੀ ਜਿਹੜੀ ਆ ਪੱਕਾ ਪਤਾ ਹੋਊਗੀ ਕਿ 1857 ਈਸਵੀ ਦਾ ਵਿਦਰੋਹ ਆਜ਼ਾਦੀ ਦਾ ਜਿਹੜਾ ਪਹਿਲਾ ਵਿਦਰੋਹ ਸੀਗਾ। ਆਜ਼ਾਦੀ ਸਾਨੂੰ 1857 ਵਿੱਚ ਹੀ ਮਿਲ ਜਾਣੀ ਸੀ, ਪਰ ਕੁਝ ਕਾਰਨਾਂ ਦੇ ਕਰਕੇ ਕੀ ਹੈ ਇਹ ਅੰਦੋਲਨ ਆਪਾਂ ਕਹਿ ਸਕਦੇ ਹਾਂ ਜਾਂ ਵਿਦਰੋਹ ਜਿਹੜਾ ਅਸਫਲ ਹੋ ਗਿਆ ਸੀ। ਤਾਂ ਆਪਾਂ ਅੱਜ ਇਹਦੇ ਬਾਰੇ ਸਾਰੀ ਡੈਪਥ ਦੇ ਨਾਲ ਚੰਗੀ ਤਰ੍ਹਾਂ ਜਾਣਾਂਗੇ। ਤੇ 1857 ਈਸਵੀ ਦਾ ਵਿਦਰੋਹ ਜਿਹੜਾ ਕਿੱਥੇ ਸ਼ੁਰੂ ਹੋਇਆ ਸੀ? ਤਾਂ ਦੇਖੋ ਵਿਦਿਆਰਥੀ ਸਾਥੀਓ, ਤੁਹਾਨੂੰ ਸਾਰਾ ਪਤਾ ਹੋਣਾ ਕਿ ਮੰਗਲ ਪਾਂਡੇ ਨੇ ਜਿਹੜਾ ਚਰਬੀ ਵਾਲੇ ਕਾਰਤੂਸ ਚੱਬਣ ਤੋਂ ਨਾ ਕਰਤੀ, ਵੀ ਮਤਲਬ ਕਿ ਛਿੱਲ ਕੇ ਜਿਹੜਾ ਗਨ ਦੇ ਵਿੱਚ ਨਹੀਂ ਪਾਵਾਂਗੇ ਜਾਂ ਨਹੀਂ ਸੁੱਟਾਂਗੇ। ਤਾਂ ਜਿਸ ਦੇ ਕਰਕੇ ਕੀ ਸੀਗਾ ਇਹ ਵਿਦਰੋਹ ਸ਼ੁਰੂ ਹੋਇਆ ਸੀ। ਕਿਉਂਕਿ ਉਹਦੇ ਉੱਪਰ ਗਾਂ ਦੀ ਤੇ ਸੂਰ ਦੀ ਚਰਬੀ ਲੱਗੀ ਹੋਈ ਸੀ। ਹਿੰਦੂ ਜਿਹੜੇ ਨੇ, ਹਿੰਦੂ ਲੋਕ ਗਾਂ ਨੂੰ ਆਪਣੀ ਮਾਤਾ ਮੰਨਦੇ ਹਨ, ਜਿਸ ਕਰਕੇ ਮੰਗਲ ਪਾਂਡੇ ਨੇ ਨਾ ਕਰ ਦਿੱਤੀ ਸੀ। ਤਾਂ ਮੁਸਲਮ ਵੀ ਆਪਾਂ ਕਹਿ ਦਈਏ ਤਾਂ ਸੂਰ ਨੂੰ ਜਿਹੜਾ ਹੈ ਪੂਜਦੇ ਹਨ, ਜਿਸ ਦੇ ਕਰਕੇ ਕਿ ਉਹਨਾਂ ਨੇ ਸੂਰ ਦੀ ਚਰਬੀ ਦੇ ਜਿਹੜੇ ਕਾਰਤੂਸ ਲੱਗੇ ਨੇ ਛਿੱਲਣ ਤੋਂ ਨਾ ਕਰਤੀ ਸੀ, ਜਿਸ ਕਰਕੇ ਇਹ ਵਿਦਰੋਹ ਜਿਹੜਾ ਸੈਨਿਕ ਵਿਦਰੋਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤੇ ਸੈਨਿਕਾਂ ਨੇ ਹੀ ਇਸ ਵਿਦਰੋਹ ਨੂੰ ਕੀਆ ਜਨਮ ਦਿੱਤਾ ਸੀਗਾ। ਤਾਂ ਆਓ ਵਿਦਿਆਰਥੀ ਸਾਥੀਓ, ਆਪਾਂ ਪਹਿਲੇ ਕੁਐਸਚਨ ਦਾ ਦੇਖਦੇ ਹਾਂ ਕਿ ਇਹ ਵਿਦਰੋਹ ਜਿਹੜਾ ਕਿੱਥੋਂ ਸ਼ੁਰੂ ਹੋਇਆ ਸੀ। ਤਾਂ A ਤੇ ਆਪਸ਼ਨ ਦਿੱਲੀ, B ਤੇ ਝਾਂਸੀ, C ਤੇ ਮੇਰਠ, D ਤੇ ਆਪਣੇ ਕੋਲੇ ਕਾਨਪੁਰ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ, ਤਾਂ ਉਹ ਹੋ ਜਾਏਗਾ ਮੇਰਠ, C। ਤਾਂ ਮੇਰਠ ਤੋਂ ਇਹ ਜਿਹੜਾ ਵਿਦਰੋਹ ਸ਼ੁਰੂ ਹੁੰਦਾ, ਤਾਂ ਕਦੋਂ ਸ਼ੁਰੂ ਹੁੰਦਾ? ਜੇਕਰ ਡੇਟ ਪੁੱਛ ਲੈਣ ਤਾਂ 10 ਮਈ 1857 ਈਸਵੀ ਨੂੰ ਸ਼ੁਰੂ ਹੁੰਦਾ। ਵਿਦਿਆਰਥੀ ਸਾਥੀਓ, ਇੱਕ ਇੱਕ ਕੁਐਸਚਨ ਦੇ ਨਾਲ ਆਪਾਂ ਅਲੱਗ-ਅਲੱਗ ਹੋਰ ਫੈਕਟ ਵੀ ਜਾਣੀ ਜਾਵਾਂਗੇ, ਤਾਂ ਕਿ ਸਾਡਾ ਜਿਹੜਾ ਸਾਰਾ ਕੰਪਲੀਟ ਟੌਪਿਕ ਇਹ ਸਾਡੇ 20 ਜਾਂ 30 ਪ੍ਰਸ਼ਨਾਂ ਦੇ ਵਿੱਚ ਹੀ ਪੂਰਾ ਹੋ ਸਕੇ। ਤਾਂ ਆਓ ਵਿਦਿਆਰਥੀ ਸਾਥੀਓ, ਆਪਾਂ ਅੱਜ ਦਾ ਦੂਜਾ ਪ੍ਰਸ਼ਨ ਕਰਦੇ ਹਾਂ। 1857 ਈਸਵੀ ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀਗਾ? ਤਤਕਾਲੀ ਕਾਰਨ ਪੁੱਛਿਆ, ਵੈਸੇ ਤਾਂ ਇਹ ਕਾਰਨ ਸਾਰੇ ਹੀ ਸੀਗੇ, ਪਰ ਤਤਕਾਲੀ ਜਿਹੜਾ ਮੁੱਢਲਾ ਕਾਰਨ ਪੁੱਛਿਆ ਉਹ ਮੈਂ ਤੁਹਾਡੇ ਨਾਲ ਚਰਚਾ ਕਰ ਵੀ ਚੁੱਕਿਆ। ਤਾਂ ਆਪਸ਼ਨ 'ਚ ਵੀ ਪਿਆ ਆਪਣੇ ਕੋਲੇ। A ਤੇ ਆਪਸ਼ਨ ਹੈ ਡਲਹੌਜੀ ਦੀ ਲੈਪਸ ਨੀਤੀ, B ਤੇ ਆਪਣੇ ਕੋਲੇ
ਭਾਰਤੀਆਂ ਦਾ ਈਸਾਈ ਧਰਮ ਵਿੱਚ ਪਰਿਵਰਤਨ, ਸੀ ਤੇ ਹੈ ਚਰਬੀ ਵਾਲੇ ਕਾਰਤੂਸ, ਤੇ ਡੀ ਤੇ ਉਪਰੋਕਤ ਸਾਰੇ। ਵਿਦਿਆਰਥੀ ਸਾਥੀਓ ਜਦੋਂ ਤਤਕਾਲੀ ਕਾਰਨ ਪੁੱਛ ਲਿਆ ਤਾਂ ਉਹਦਾ ਰਾਈਟ ਆਨਸਰ ਹੋ ਜਾਏਗਾ ਜੀ ਸੀ, ਚਰਬੀ ਵਾਲੇ ਕਾਰਤੂਸ ਜਿਹੜੇ ਆ ਛਿੱਲ ਕੇ ਜਾਂ ਚੱਬ ਕੇ ਸੱਟਣ ਤੋਂ ਨਾ ਕਰ ਦਿੱਤੀ ਸੀ। ਠੀਕ ਹੈ ਜੀ। ਤਾਂ ਪਹਿਲਾਂ ਮੰਨਿਆ ਜਾਂਦਾ ਸੀਗਾ ਕਿ ਜਿਹੜੀ ਗਨ ਹੈ ਉਹ ਵਰਤੀ ਜਾਂਦੀ ਸੀ ਬਰਾਊਨ ਬੈਂਸ। ਠੀਕ ਹੈ ਜੀ, ਬਰਾਊਨ ਬੈਂਸ ਜਿਹੜੀ ਗਨ ਹੈ ਵਰਤੀ ਜਾਂਦੀ ਸੀ, ਤੇ ਬਾਅਦ ਦੇ ਵਿੱਚ ਗਨ ਲੈ ਆਂਦੀ ਸੀ ਇਹਨਾਂ ਨੇ ਚੇਂਜ ਕਰਕੇ ਕਿਹੜੀ, ਰਾਇਲ ਐਨਫੀਲਡ ਦੀ, ਜਿਹਦੇ ਵਿੱਚ ਕੀ ਆ ਚਰਬੀ ਵਾਲੇ ਕਾਰਤੂਸ ਛਿੱਲ ਕੇ ਪਾਏ ਜਾਂਦੇ ਸਨ ਤੇ ਜਿਹੜਾ ਗਨ ਸ਼ੂਟ ਕਰਦੀ ਸੀਗੀ। ਤਾਂ ਹੁਣ ਵਿਦਿਆਰਥੀ ਸਾਥੀਓ ਦੇਖੋ, ਜੇਕਰ ਗਨ ਵੀ ਪੁੱਛ ਲੈਣ ਤਾਂ ਕਿਹੜੀ ਗਨ ਸੀਗੀ ਜਿਹਦੇ ਵਿੱਚ ਚਰਬੀ ਵਾਲੇ ਕਾਰਤੂਸ ਪਾਏ ਜਾਂਦੇ ਸੀਗੇ ਛਿੱਲ ਕੇ, ਤਾਂ ਉਹ ਕਿਹੜੀ ਸੀ, ਰਾਇਲ ਐਨਫੀਲਡ RE ਤੋਂ ਤੁਸੀਂ ਜਾਣ ਲੈਣਾ। ਠੀਕ ਹੈ ਜੀ। ਔਰ ਦੂਜਾ ਨੰਬਰ ਜਿਹੜੀ ਬੁਲਟ ਹੁੰਦੀ ਹੈ, ਬੁਲਟ ਬਾਈਕ ਹੁੰਦੀ ਹੈ, ਉਹ ਵੀ ਰਾਇਲ ਐਨਫੀਲਡ ਕੰਪਨੀ ਤੋਂ ਹੈ, ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ। ਠੀਕ ਹੈ। ਤਾਂ ਜੇਕਰ ਤਤਕਾਲੀ ਕਾਰਨ ਨਾ ਪੁੱਛੇ ਹੋਣ, ਜੇਕਰ ਕੱਲੇ ਕਾਰਨ ਪੁੱਛ ਲੈਣ ਤਾਂ ਇਹ ਸਾਰੇ ਕਾਰਨ ਹੀ ਸੀ। ਡਲਹੌਜੀ ਨੇ ਲੈਪਸ ਨੀਤੀ ਚਲਾਈ ਸੀ, ਮਤਲਬ ਕਿ ਜਿਹੜਾ ਰਾਜਾ ਮਰ ਜਾਂਦਾ ਸੀ ਤਾਂ ਉਹਦੀ ਪਰਜਾ ਦਾ ਜਿਹੜਾ ਰਾਜ ਸੀ ਉਹ ਸਾਰਾ ਰਲਾ ਲਿਆ ਜਾਂਦਾ ਸੀ ਅੰਗਰੇਜ਼ੀ ਸਾਮਰਾਜ ਚ, ਜਿਸ ਕਰਕੇ ਕੀ ਆ ਡਲਹੌਜੀ ਨੇ ਲੈਪਸ ਨੀਤੀ ਜਾਂ ਹੜੱਪ ਨੀਤੀ ਸ਼ੁਰੂ ਕੀਤੀ ਸੀਗੀ। ਤਾਂ ਜਿਹੜੇ ਭਾਰਤੀ ਇਸ ਤੋਂ ਵੀ ਦੁਖੀ ਸਨ। ਔਰ ਦੂਸਰਾ ਨੰਬਰ ਆਪਣੇ ਕੋਲੇ ਇੱਧਰ ਪਿਆ, ਈਸਾਈ ਧਰਮ ਦੇ ਵਿੱਚ ਵੀ ਬਹੁਤ ਜ਼ਿਆਦਾ ਪਰਿਵਰਤਨ ਕਰਵਾਇਆ ਜਾਣ ਲੱਗ ਪਿਆ ਸੀ। ਅੱਗੇ ਆ ਜੀ 3 ਨੰਬਰ ਪ੍ਰਸ਼ਨ ਹੈ ਅੱਜ ਦਾ, ਪਹਿਲਾ ਭਾਰਤੀ ਸਿਪਾਹੀ ਕੌਣ ਸੀ ਜਿਸ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਮਨਾ ਕਰ ਦਿੱਤਾ ਸੀ? ਤਾਂ ਏ ਤੇ ਆਪਸ਼ਨ ਮੰਗਲ ਪਾਂਡੇ, ਬੀ ਤੇ ਹੈ ਸ਼ਿਵਰਾਮ, ਸੀ ਤੇ ਆਪਣੇ ਕੋਲੇ ਹਰਦੇਵ, ਡੀ ਤੇ ਹੈ ਅਬਦੁਲ ਰਹੀਮ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਏ ਆਪਸ਼ਨ। ਠੀਕ ਹੈ ਜੀ। ਤਾਂ ਮੰਗਲ ਪਾਂਡੇ ਨੇ ਜਿਹੜਾ ਨਾ ਕਰ ਦਿੱਤੀ ਸੀ, ਫਰਵਰੀ 1857 ਈਸਵੀ ਦੀ ਗੱਲ ਹੈ। ਤਾਂ ਇਸਨੇ ਕੀ ਕੀਤਾ, ਅੰਗਰੇਜ਼ਾਂ ਨੂੰ ਗੋਲੀਆਂ ਮਾਰ ਦਿੱਤੀਆਂ। 2 ਅੰਗਰੇਜ਼ ਜਿਹੜੇ ਨੇ ਗੋਲੀ ਨਾਲ ਭੁੰਨ ਕੇ ਮਾਰ ਦਿੱਤੇ ਸੀ। ਤਾਂ ਫਿਰ ਕੀ ਹੋਇਆ, 8 ਅਪ੍ਰੈਲ 1857 ਈਸਵੀ ਨੂੰ ਇਸ ਨੂੰ ਕੀ ਆ, ਫਾਂਸੀ ਦੇ ਦਿੱਤੀ ਜਾਂਦੀ ਹੈ। ਤਾਂ ਪਹਿਲਾ ਸ਼ਹੀਦ ਵੀ ਇਹੀ ਸੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਮੰਗਲ ਪਾਂਡੇ ਦਾ ਸਬੰਧ ਸੀ ਹੁਣ ਕਿਹੜੀ ਨੇਟਿਵ ਇਨਫੈਂਟਰੀ ਨਾਲ ਸੀ? ਭਾਵ ਕਿ ਜਿਵੇਂ ਆਪਾਂ ਕਹਿੰਦੇ ਨਾ ਬਟਾਲੀਅਨ ਕਿਹੜੀ ਸੀਗੀ, ਤਾਂ ਉਵੇਂ ਕੀ ਸੀ ਉਦੋਂ ਨੇਟਿਵ ਇਨਫੈਂਟਰੀ ਚਲਦੀਆਂ ਹੁੰਦੀਆਂ ਸੀਗੀਆਂ। ਤਾਂ ਦੇਖੋ NI ਵੀ ਬੋਲ ਦਿੰਦੇ ਸੀਗੇ, ਸ਼ਾਰਟ ਫਾਰਮ ਚ NI ਵੀ ਲਿਖਿਆ ਆ ਸਕਦਾ। ਤਾਂ ਉਹ ਕਿਹੜੀ ਸੀਗੀ? ਏ ਤੇ ਆਪਸ਼ਨ ਹੈ 34ਵੀਂ ਨੇਟਿਵ ਇਨਫੈਂਟਰੀ, ਬੀ ਤੇ ਆਪਣੇ ਕੋਲੇ 22ਵੀਂ ਨੇਟਿਵ ਇਨਫੈਂਟਰੀ, ਸੀ ਤੇ ਆ 19ਵੀਂ ਨੇਟਿਵ ਇਨਫੈਂਟਰੀ, ਡੀ ਤੇ 33ਵੀਂ ਨੇਟਿਵ ਇਨਫੈਂਟਰੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਏ ਆਪਸ਼ਨ ਬਿਲਕੁਲ ਸਹੀ ਹੈ। 34ਵੀਂ ਨੇਟਿਵ ਇਨਫੈਂਟਰੀ ਸੀ ਜਿਸ ਦਾ ਸਬੰਧ ਕੀ ਸੀਗਾ, ਮੰਗਲ ਪਾਂਡੇ ਦੇ ਨਾਲ ਸੀਗਾ। ਅੱਗੇ ਦੇਖਦੇ ਹਾਂ ਜੀ ਅੱਜ ਦਾ ਆਪਣੇ ਕੋਲੇ 5 ਨੰਬਰ ਪ੍ਰਸ਼ਨ ਹੈ, ਬੇਗਮ ਹਜ਼ਰਤ ਮਹਿਲ ਨੇ 1857 ਈਸਵੀ ਵਿਦਰੋਹ ਦਾ ਨੇਤਰਤਵ ਕਿੱਥੋਂ ਕੀਤਾ? ਦੇਖੋ ਜੀ ਬੇਗਮ ਹਜ਼ਰਤ ਮਹਿਲ, ਇਹਦੇ ਬਾਰੇ ਆਪਾਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਇੱਕ ਵੀਡੀਓ ਦੇ ਵਿੱਚ। ਇਹ ਕਿਹਦੀ ਘਰ ਵਾਲੀ ਸੀ? ਵਾजिद अली ਦੀ। ਠੀਕ ਹੈ, वाजिद अली खान ਵੀ ਕਹਿ ਸਕਦੇ ਹਾਂ, वाजिद अली खान ਜਾਂ वाजिद खान। ਠੀਕ ਹੈ। ਤਾਂ ਇਹ ਉਹਦੀ ਘਰ ਵਾਲੀ ਸੀਗੀ। ਕਿੱਥੋਂ ਸੀਗੀ? ਅਵਧ ਤੋਂ। ਤਾਂ ਅਵਧ ਕਿੱਥੇ ਸੀ? ਲਖਨਊ ਚ। ਠੀਕ ਹੈ ਜੀ। ਤਾਂ ਉਹੀ ਪ੍ਰਸ਼ਨ ਆਪਣੇ ਕੋਲੇ ਆ ਗਿਆ ਕਿ ਇਹ ਕਿੱਥੋਂ ਨੇਤਰਤਵ ਕਰ ਰਹੀ ਸੀ। ਏ ਤਾਂ ਆਪਸ਼ਨ ਲਖਨਊ, ਬੀ ਤੇ ਕਾਨਪੁਰ, ਸੀ ਤੇ ਬਨਾਰਸ, ਡੀ ਤੇ ਇਲਾਹਾਬਾਦ। ਤਾਂ ਇਹ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ, ਲਖਨਊ। ਵਿਦਿਆਰਥੀ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਣਾ ਤਾਂ ਕਿ ਹੋਰ ਵੀ ਵਿਦਿਆਰਥੀਆਂ ਦਾ ਭਲਾ ਹੋ ਸਕੇ। ਆਪਣੇ ਗਰੁੱਪਾਂ ਦੇ ਵਿੱਚ, WhatsApp ਗਰੁੱਪਾਂ ਤੇ, ਚਾਹੇ Facebook, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਇਹ ਤਿਆਰੀ ਕਰਵਾਈ ਜਾ ਰਹੀ ਹੈ, ਇਹਦਾ ਕੋਈ ਵੀ ਚਾਰਜ ਨਹੀਂ ਹੈ ਜੀ। ਅੱਗੇ ਹੈ ਜੀ 6 ਨੰਬਰ ਪ੍ਰਸ਼ਨ ਹੈ, 1857 ਈਸਵੀ ਦੇ ਵਿਦਰੋਹ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ? ਏ ਤੇ ਆਪਸ਼ਨ ਲਾਰਡ ਡਲਹੌਜੀ, ਨੈਕਸਟ ਆਪਣੇ ਕੋਲੇ ਬੀ ਤੇ ਕੈਨਿੰਗ, ਸੀ ਤੇ ਬੈਂਟਿਕ, ਡੀ ਤੇ ਆਪਣੇ ਕੋਲੇ ਲਿਟਨ। ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਬੀ ਕੈਨਿੰਗ। ਤਾਂ ਇਸ ਤੋਂ ਬਾਅਦ ਕੀ ਚੱਲ ਪਿਆ ਸੀ? ਤਾਜ ਸ਼ਾਸਨ ਚੱਲ ਪਿਆ ਸੀਗਾ। ਠੀਕ ਹੈ। ਤਾਂ ਉਸ ਤੇ ਸਮੇਂ ਕੀ ਸੀਗਾ? ਵਾਇਸਰਾਏ ਬਣਾਉਣ ਲੱਗ ਪਏ ਸੀਗੇ। ਤਾਂ ਇਹ ਭਾਰਤ ਦਾ ਪਹਿਲਾ ਵਾਇਸਰਾਏ ਵੀ ਕੈਨਿੰਗ ਹੀ ਬਣਿਆ ਸੀ। ਠੀਕ ਹੈ ਜੀ, ਇਹ ਚੀਜ਼ ਤੁਸੀਂ ਇੱਥੋਂ ਯਾਦ ਰੱਖ ਸਕਦੇ ਹੋ। ਅੱਗੇ ਦੇਖਦੇ ਹਾਂ ਜੀ 7 ਨੰਬਰ ਪ੍ਰਸ਼ਨ ਹੈ ਆਪਣੇ ਕੋਲੇ, 1857 ਈਸਵੀ ਵਿਦਰੋਹ ਵਿੱਚ ਸਭ ਤੋਂ ਪਹਿਲਾਂ ਕਿਸ ਨੇ ਆਪਣਾ ਬਲੀਦਾਨ ਜਿਹੜਾ ਦਿੱਤਾ ਸੀ? ਤਾਂ ਏ ਤੇ ਆਪਣੇ ਕੋਲੇ ਕੁੰਵਰ ਸਿੰਘ, ਬੀ ਤੇ ਤਾਂਤੀਆ ਟੋਪੇ, ਸੀ ਤੇ ਲక్ష్ਮੀ ਬਾਈ ਜਿਹਨੂੰ ਝਾਂਸੀ ਦੀ ਰਾਣੀ ਵੀ ਕਿਹਾ ਜਾਂਦਾ ਸੀ, ਡੀ ਤੇ ਆਪਣੇ ਕੋਲੇ ਮੰਗਲ ਪਾਂਡੇ। ਤਾਂ ਦੇਖੋ ਹੁਣੇ ਹੀ ਆਪਾਂ ਪੜਿਆ ਨਾ ਕਿ ਸਭ ਤੋਂ ਪਹਿਲਾਂ ਕਿੰਨੇ ਦਿੱਤਾ ਸੀਗਾ ਆਪਣਾ ਯੋਗਦਾਨ ਸ਼ਹੀਦ ਹੋਣ ਦੇ ਵਿੱਚ। ਤਾਂ ਉਹ ਕੌਣ ਸੀਗਾ ਜੀ? ਡੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। 8 ਅਪ੍ਰੈਲ 1857 ਈਸਵੀ ਨੂੰ ਇਹਨੂੰ ਕੀ ਆ, ਫਾਂਸੀ ਦੇ ਦਿੱਤੀ ਸੀ ਮੰਗਲ ਪਾਂਡੇ ਨੂੰ। ਤਾਂ ਇਹ ਮੂਵੀ ਵੀ ਇੱਕ ਮੰਗਲ ਪਾਂਡੇ ਤੇ ਬਣੀ ਹੋਈ ਆ, ਤੁਸੀਂ ਉਹ ਵੀ ਦੇਖ ਸਕਦੇ ਹੋ। ਉੱਥੋਂ ਵੀ ਤੁਹਾਨੂੰ ਕਈ ਪ੍ਰਸ਼ਨਾਂ ਦੇ ਜਿਹੜੇ ਉੱਤਰ ਮਿਲ ਜਾਣਗੇ।
ਅੱਗੇ ਜੀ ਆਪਣੇ ਕੋਲੇ 8ਵਾਂ ਪ੍ਰਸ਼ਨ ਹੈ 1857 ਈਸਵੀ ਵਿਦਰੋਹ ਵਿੱਚ ਕਾਨਪੁਰ ਤੋਂ ਨੇਤਾ ਕੌਣ ਸੀ। ਯਾਦ ਰੱਖ ਲੈਣਾ, ਮੈਂ ਤੁਹਾਨੂੰ ਇਹਨਾਂ ਟ੍ਰਿਕਾਂ ਨਾਲ ਕਰਾਉਂਗਾ। ਕਾਨਪੁਰ ਨੰਨਾ ਯਾਦ ਰੱਖ ਲਿਓ, ਠੀਕ ਹੈ। ਜਿਹੜਾ ਨੰਨਾ ਉਹੀ ਇਹਦੇ ਵਿੱਚ ਆਨਸਰ ਪਿਆ ਹੋਇਆ। ਏ ਤੇ ਆ ਕੁੰਵਰ ਸਿੰਘ, ਬੀ ਤੇ ਆ ਤਾਂਤੀਆ ਟੋਪੇ, ਸੀ ਤੇ ਆ ਲక్ష్ਮੀ ਬਾਈ, ਡੀ ਤੇ ਆਪਣੇ ਕੋਲੇ ਨਾਨਾ ਸਾਹਿਬ। ਇੱਥੇ ਨਾਨਾ ਸਾਹਿਬ ਆਉਣਾ ਸੀ, ਠੀਕ ਹੈ ਜੀ। ਤਾਂ ਰਾਈਟ ਆਨਸਰ ਜਿਹੜਾ ਡੀ ਆਪਸ਼ਨ ਹੈ, ਨੰਨੇ ਨੰਨੇ ਤੋਂ ਯਾਦ ਰੱਖ ਲਿਓ, ਕਾਨਪੁਰ ਤੇ ਨਾਨਾ ਸਾਹਿਬ, ਠੀਕ ਹੈ। ਉਵੇਂ ਜੇਕਰ ਮੈਂ ਗੱਲ ਕਰ ਲਵਾਂ ਬਰੇਲੀ ਦੀ ਤਾਂ ਖਾਨ ਬਹਾਦਰ ਖਾਨ ਸੀ ਉੱਥੋਂ, ਤਾਂ ਬਰੇਲੀ ਬੱਬੇ ਤੋਂ ਤੇ ਖਾਨ ਬਹਾਦਰ ਖਾਨ, ਠੀਕ ਹੈ। ਬਹਾਦਰ ਬੱਬੇ ਤੋਂ ਯਾਦ ਰੱਖ ਲਿਓ ਜੇ, ਉਹ ਵੀ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਯਾਦ ਹੋ ਜਾਏਗਾ। ਚਲੋ ਜੀ ਅੱਗੇ ਆਪਾਂ ਅੱਜ ਦਾ 9 ਨੰਬਰ ਪ੍ਰਸ਼ਨ ਕਰਦੇ ਹਾਂ। 1857 ਈਸਵੀ ਦੇ ਵਿਦਰੋਹ ਵਿੱਚ ਸ਼ਕਤੀ ਦਾ ਮਹੱਤਵਪੂਰਨ ਸਰੋਤ ਕੀ ਸੀ। ਸ਼ਕਤੀ ਦਾ ਮਹੱਤਵਪੂਰਨ ਸਰੋਤ ਪੁੱਛਿਆ ਇੱਥੇ ਆਪਣੇ ਕੋਲੋਂ। ਤਾਂ ਏ ਤੇ ਆਪਣੇ ਕੋਲੇ ਆਪਸ਼ਨ ਨਾਨਾ ਸਾਹਿਬ ਦਾ ਨੇਤਰਤਵ, ਬੀ ਤੇ ਝਾਂਸੀ ਦਾ ਨੇਤਰਤਵ, ਸੀ ਤੇ ਬਹਾਦਰ ਸ਼ਾਹ ਦਾ ਨੇਤਰਤਵ, ਡੀ ਤੇ ਹਿੰਦੂ ਮੁਸਲਿਮ ਏਕਤਾ। ਤਾਂ ਰਾਈਟ ਆਨਸਰ ਹੋ ਜਾਏਗਾ ਜੀ ਹਿੰਦੂ ਮੁਸਲਿਮ ਏਕਤਾ। ਦੇਖੋ ਚਰਬੀ ਵਾਲੇ ਕਾਰਤੂਸਾਂ ਤੇ ਸੂਰ ਦੀ ਤੇ ਗਾਂ ਦੇ ਮਾਸ ਦੀ ਚਰਬੀ ਲੱਗੀ ਹੋਈ ਸੀ, ਤਾਂ ਇੱਥੋਂ ਆਪਾਂ ਕਹਿ ਸਕਦੇ ਹਾਂ ਨਾ ਕਿ ਦੋਵਾਂ ਦੀ ਏਕਤਾ ਸੀ, ਜਿਸ ਕਰਕੇ ਦੋਵੇਂ ਸੈਨਿਕਾਂ ਨੇ ਮਨਾ ਕੀਤਾ ਸੀ। ਦੋਵਾਂ ਮਜ਼ਹਬਾਂ ਦੇ, ਦੋਵਾਂ ਆਪਾਂ ਕਹਿ ਸਕਦੇ ਹਾਂ ਧਰਮਾਂ ਦੇ, ਠੀਕ ਹੈ। ਤਾਂ ਗਾਂ ਦੇ ਕਰਕੇ ਹਿੰਦੂਆਂ ਨੇ ਮਨਾ ਕੀਤਾ, ਸੂਰ ਦੇ ਕਰਕੇ ਜਿਹੜਾ ਮੁਸਲਮਾਨਾਂ ਨੇ ਮਨਾ ਕੀਤਾ ਸੀ। ਚਲੋ ਜੀ ਅੱਗੇ ਚੱਲਦੇ ਹਾਂ। ਅੱਗੇ ਜੀ ਆਪਣੇ ਕੋਲੇ 10ਵਾਂ ਨੰਬਰ ਪ੍ਰਸ਼ਨ ਹੈ, ਰਾਣੀ ਲక్ష్ਮੀ ਬਾਈ ਦਾ ਮੂਲ ਨਾਂ ਕੀ ਸੀ। ਤਾਂ ਦੇਖੋ ਏ ਤੇ ਆਪਸ਼ਨ ਜੈਸ਼ਰੀ, ਬੀ ਤੇ ਪ੍ਰਗਿਆ, ਸੀ ਤੇ ਅਹਿਲਿਆ ਤੇ ਡੀ ਤੇ ਮਨੀਕਰਨਿਕਾ। ਤਾਂ ਦੇਖੋ ਇਹਦੇ ਵਿੱਚ ਤੁਸੀਂ ਮੀਰ ਮਨੂ ਜਾਂ ਇਸ ਤਰ੍ਹਾਂ ਵੀ ਕੋਈ ਨਾਮ ਇਹਦੇ ਸੁਣੇ ਹੋਣਗੇ, ਠੀਕ ਹੈ। ਤਾਂ ਰਾਈਟ ਆਨਸਰ ਜਿਹੜਾ ਡੀ ਬਣਦਾ ਮਨੀਕਰਨਿਕਾ, ਠੀਕ ਹੈ ਜੀ। ਤਾਂ ਇਹ ਫੈਕਟ ਜਿਹੜੇ ਆ ਆਪਾਂ ਚੰਗੀ ਤਰ੍ਹਾਂ ਕਵਰ ਕਰਵਾ ਰਹੇ ਆ। ਇਹ ਬੁੱਕਸ ਦੇ ਵਿੱਚੋਂ ਤੁਹਾਨੂੰ ਥਿਊਰੀਆਂ ਚੋਂ ਨਹੀਂ ਲੱਭਣਗੇ। ਇਹ ਜਿਹੜੇ ਪ੍ਰਸ਼ਨ ਨੇ ਅਲੱਗ-ਅਲੱਗ ਬੁੱਕਸ ਦੇ ਜਿਹੜੇ ਸਰੋਤ ਇਕੱਠੇ ਕੀਤੇ ਜਾਂਦੇ ਨੇ, ਤਾਂ ਉਹਨਾਂ ਵਿੱਚੋਂ ਜਿਹੜੇ ਪ੍ਰਸ਼ਨ ਤਿਆਰ ਕੀਤੇ ਜਾਂਦੇ ਨੇ। ਅੱਗੇ ਹੈ ਜੀ 11 ਨੰਬਰ ਪ੍ਰਸ਼ਨ ਹੈ, 1857 ਈਸਵੀ ਦੇ ਵਿਦਰੋਹ ਸਮੇਂ ਬ੍ਰਿਟੇਨ ਦਾ ਪੀਐਮ ਕੌਣ ਸੀ। ਬ੍ਰਿਟੇਨ ਦੇਖੋ ਇੰਗਲੈਂਡ ਦਾ, ਠੀਕ ਹੈ। ਤਾਂ ਉਧਰ ਅੰਗਰੇਜ਼ਾਂ ਦੀ ਤਰਫੋਂ ਉੱਥੋਂ ਦਾ ਜਿਹੜਾ ਪੀਐਮ ਕੌਣ ਸੀਗਾ, ਪ੍ਰਾਈਮ ਮਿਨਿਸਟਰ। ਏ ਤੇ ਹੈ ਬੇਜ਼ਾਮਿਨ ਡਿਜ਼ਰਾਇਲੀ, ਬੀ ਤੇ ਆਪਣੇ ਕੋਲੇ ਜਾਰਜ ਪੰਚਮ, ਸੀ ਤੇ ਹੈ ਗਲੇਡਸਟੋਨ, ਡੀ ਤੇ ਆਪਣੇ ਕੋਲੇ ਲਾਰਡ ਪਾਰਮਸਟਨ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਪਾਰਮਸਟਨ ਸੀਗਾ ਪੀਐਮ ਜਿਹੜਾ ਬ੍ਰਿਟੇਨ ਤੋਂ, ਜਦੋਂ 1857 ਈਸਵੀ ਦਾ ਜਿਹੜਾ ਵਿਦਰੋਹ ਹੁੰਦਾ। ਅੱਗੇ ਦੇਖਦੇ ਹਾਂ ਜੀ। ਅੱਗੇ ਆਪਣੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ, ਅੰਗਰੇਜ਼ੀ ਸਾਮਰਾਜ ਵਿਰੁੱਧ ਪੰਜਾਬ ਵਿੱਚ ਕਿਸ ਨੇ ਵਿਦਰੋਹ ਕੀਤਾ ਸੀ। ਦੇਖੋ ਜੀ ਪੰਜਾਬ ਵਿੱਚ ਕਿੰਨੇ ਵਿਦਰੋਹ ਕੀਤਾ ਸਭ ਤੋਂ ਜ਼ਿਆਦਾ। ਤਾਂ ਏ ਤੇ ਆਪਸ਼ਨ ਹੈ ਸੈਨਿਕਾਂ ਨੇ, ਬੀ ਤੇ ਨਾਮਧਾਰੀਆਂ ਨੇ, ਸੀ ਤੇ ਅਕਾਲੀਆਂ ਨੇ, ਡੀ ਤੇ ਨਿਰੰਕਾਰੀਆਂ ਨੇ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਨਾਮਧਾਰੀਆਂ ਨੇ ਕੀਤਾ ਸੀਗਾ, ਠੀਕ ਹੈ ਜੀ, ਨਾਮਧਾਰੀਆਂ ਨੇ ਕੀਤਾ ਸੀ। ਅੱਗੇ ਹੈ ਜੀ 13 ਨੰਬਰ ਪ੍ਰਸ਼ਨ ਹੈ, ਬਿਹਾਰ ਵਿੱਚ 1857 ਈਸਵੀ ਦਾ ਨੇਤਾ ਕੁੰਵਰ ਸਿੰਘ ਦਾ ਦੇਹਾਂਤ ਕਦੋਂ ਹੈ। ਦੇਖੋ ਪਹਿਲੇ ਨੰਬਰ ਤਾਂ ਕਵਰ ਹੋ ਗਿਆ, ਬਿਹਾਰ ਦੇ ਵਿੱਚ ਕਿਹੜਾ ਨੇਤਾ ਸੀ, ਕੁੰਵਰ ਸਿੰਘ। ਹੁਣ ਆਪਣੇ ਕੋਲੋਂ ਉਹਨਾਂ ਨੇ ਪੁੱਛ ਲਿਆ ਕਿ ਇਹਦਾ ਦੇਹਾਂਤ ਕਦੋਂ ਹੋਇਆ ਸੀ। ਤਾਂ ਏ ਤੇ ਆਪਸ਼ਨ ਹੈ 9 ਮਈ 1858, ਬੀ ਤੇ ਹੈ 10 ਅਪ੍ਰੈਲ 1858, ਸੀ ਤੇ ਆਪਣੇ ਕੋਲੇ 20 ਜੂਨ 1858 ਤੇ ਡੀ ਤੇ ਆਪਣੇ ਕੋਲੇ 17 ਜੂਨ 1858। ਤਾਂ ਰਾਈਟ ਆਨਸਰ ਹੋ ਜਾਏਗਾ ਜੀ ਇਹ 9 ਮਈ 1858 ਈਸਵੀ। ਤਾਂ ਅੱਗੇ ਹੈ ਜੀ ਆਪਣੇ ਕੋਲੇ 14 ਨੰਬਰ ਪ੍ਰਸ਼ਨ। ਇਹ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਨਹੀਂ ਲੱਗਦਾ ਪਹਿਲਾਂ ਇਸ ਤੋਂ ਪੜ੍ਹ ਚੁੱਕੇ ਹੋਵੋਗੇ। 1857 ਈਸਵੀ ਦੇ ਵਿਦਰੋਹ ਨੂੰ ਕਿਸ ਉਰਦੂ ਕਵੀ ਨੇ ਵੇਖਿਆ ਸੀ, ਮਤਲਬ ਕਵੀ ਜਿਹੜਾ ਮੌਜੂਦ ਸੀ ਉਸ ਟਾਈਮ। ਤਾਂ ਉਹ ਕਵੀ ਨੇ ਬਹੁਤ ਜਿਹੜੇ ਉਹਦੇ ਕਿੱਸੇ ਮਸ਼ਹੂਰ ਹੋਏ ਨੇ ਕਵੀ ਦੇ। ਤਾਂ ਏ ਤੇ ਆਪਸ਼ਨ ਹੈ ਮੀਰ ਤਕੀ ਮੀਰ, ਬੀ ਤੇ ਜੌਕ, ਸੀ ਤੇ ਮਿਰਜ਼ਾ ਗਾਲਿਬ ਤੇ ਡੀ ਤੇ ਆਪਣੇ ਕੋਲੇ ਇਕਬਾਲ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ ਸੀ ਆਪਸ਼ਨ। ਦੇਖੋ ਇੱਕ ਮਿਰਜ਼ਾ ਗਾਲਿਬੀ ਸੀ ਜਿਨੇ 1857 ਈਸਵੀ ਦੇ ਵਿਦਰੋਹ ਦੇ ਸਮੇਂ ਇਸ ਨੂੰ ਦੇਖਿਆ, ਮਤਲਬ ਕਿ ਆਪਣੀਆਂ ਅੱਖਾਂ ਦੇ ਨਾਲ। ਤਾਂ ਉਹਨੇ ਇੱਕ ਆਪਣੀ ਬਹੁਤ ਹੀ ਸੁੰਦਰ ਰਚਨਾ ਵੀ ਕੀਤੀ ਸੀ ਜਿਹਦੇ ਵਿੱਚ ਸੀ ਮੇਰੀ ਆਂਖੋਂ ਕੇ ਸਾਹਮਣੇ ਹੁਆ ਜੇ ਖੂਨ ਕਾ ਮੰਜ਼ਰ, ਠੀਕ ਹੈ। ਤਾਂ ਉਹ ਮਿਰਜ਼ਾ ਗਾਲਿਬ ਦੀ ਸੀ। ਤਾਂ ਮਿਰਜ਼ਾ ਗਾਲਿਬ ਹੀ ਸੀ ਜਿਨੇ ਇਹ ਸਾਰਾ ਮੰਜ਼ਰ ਜਿਹੜਾ ਦੇਖਿਆ ਸੀਗਾ। ਚਲੋ ਜੀ ਅੱਗੇ ਚੱਲਦੇ ਆਪਾਂ। 15 ਨੰਬਰ ਹੈ ਜਗਦੀਸ਼ਪੁਰ ਦਾ ਰਾਜਾ ਕੌਣ ਸੀ। ਦੇਖੋ ਜੀ ਜਗਦੀਸ਼ਪੁਰ ਕਿੱਥੇ ਹੈ, ਬਿਹਾਰ ਚ, ਠੀਕ ਹੈ। ਕਿੱਥੇ ਹੈ, ਬਿਹਾਰ। ਤੇ ਬਿਹਾਰ ਬਾਰੇ ਆਪਾਂ ਹੁਣੇ ਪਹਿਲਾਂ ਪੜ੍ਹ ਚੁੱਕੇ ਨਾ, ਬਿਹਾਰ ਚ ਕਿਹਦਾ ਦੇਹਾਂਤ ਹੋਇਆ ਸੀਗਾ। ਤਾਂ ਉਹੀ ਇਹਦਾ ਰਾਜਾ ਬਣ ਜੂਗਾ। ਏ ਤੇ ਆਪਸ਼ਨ ਹੈ ਕੁੰਵਰ ਸਿੰਘ, ਬੀ ਤੇ ਹੈ ਨਾਨਾ ਸਾਹਿਬ, ਸੀ ਤੇ ਆਪਣੇ ਕੋਲੇ ਤਾਂਤੀਆ ਟੋਪੇ ਤੇ ਡੀ ਤੇ ਆਪਣੇ ਕੋਲੇ ਲక్ష్ਮੀ ਬਾਈ। ਤਾਂ ਰਾਈਟ ਆਨਸਰ ਹੋ ਜਾਏਗਾ ਜੀ ਕੁੰਵਰ ਸਿੰਘ ਜਿਹੜਾ ਜਗਦੀਸ਼ਪੁਰ ਦਾ ਰਾਜਾ ਸੀ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। ਅੱਗੇ ਆਪਣੇ ਕੋਲੇ
16 ਨੰਬਰ ਪ੍ਰਸ਼ਨ ਹੈ 1857 ਈਸਵੀ ਵਿੱਚ ਬਰੇਲੀ ਤੋਂ ਵਿਦਰੋਹ ਦਾ ਨੇਤਾ ਕੌਣ ਸੀ? ਬੱਬੇ ਬੱਬੇ ਤੋਂ ਯਾਦ ਰੱਖ ਲਿਓ, ਠੀਕ ਹੈ, ਮੈਂ ਪਹਿਲਾਂ ਵੀ ਕਰਵਾ ਚੁੱਕਿਆ। ਤਾਂ ਇਹ ਤੇ ਆਪਸ਼ਨ ਹੈ ਖਾਨ ਬਹਾਦਰ ਖਾਨ, ਬੀ ਤੇ ਕੁੰਵਰ ਸਿੰਘ, ਸੀ ਤੇ ਆਪਣੇ ਕੋਲੇ ਮੌਲਵੀ ਅਹਿਮਦੁੱਲਾ, ਡੀ ਤੇ ਆ ਵਰਜਿਸ ਕਾਦਰ। ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਖਾਨ ਬਹਾਦਰ ਖਾਨ। ਬੱਬੇ ਬੱਬੇ ਤੋਂ ਯਾਦ ਰੱਖ ਲਿਓ, ਜਿਵੇਂ ਨਾਨਾ ਸਾਹਿਬ ਤੁਸੀਂ ਕਾਨਪੁਰ ਤੋਂ ਯਾਦ ਰੱਖਿਆ ਤਾਂ ਉਵੇਂ ਹੀ ਰੱਖ ਸਕਦੇ ਹੋ। ਚਲੋ ਜੀ ਅੱਗੇ ਚੱਲਦੇ ਹਾਂ। ਅੱਜ ਦਾ 17 ਨੰਬਰ ਪ੍ਰਸ਼ਨ ਹੈ ਆਜ਼ਾਦੀ ਦੀ ਪਹਿਲੀ ਲੜਾਈ 1857 ਈਸਵੀ ਵਿੱਚ ਕਿਸ ਨੇ ਭਾਗ ਨਹੀਂ ਲਿਆ ਸੀ? ਤਾਂ ਇਹ ਤੇ ਆਪਣੇ ਕੋਲੇ ਤਾਂਤੀਆ ਟੋਪੇ, ਬੀ ਤੇ ਲక్ష్ਮੀ ਬਾਈ, ਸੀ ਤੇ ਬਹਾਦਰ ਸ਼ਾਹ, ਡੀ ਤੇ ਆ ਭਗਤ ਸਿੰਘ। ਦੇਖੋ ਇਹ ਸਾਰੇ ਹੀ ਸੀ ਨਾ ਭਾਗ ਲੈਣ ਵਾਲੇ। ਬਹਾਦਰ ਸ਼ਾਹ ਨੂੰ ਕੀ ਕਰਦੇ ਨੇ, ਬਾਦਸ਼ਾਹ ਬਣਾ ਦਿੰਦੇ ਨੇ। ਤਾਂਤੀਆ ਟੋਪੇ ਵੀ ਸੀ, ਲక్ష్ਮੀ ਬਾਈ ਵੀ। ਤਾਂ ਦੇਖੋ ਭਗਤ ਸਿੰਘ ਨੂੰ 23 ਮਾਰਚ 1931 ਨੂੰ ਫਾਂਸੀ ਦਿੱਤੀ ਜਾਂਦੀ ਹੈ। ਤਾਂ ਦੇਖੋ ਇਹ ਤਾਂ ਮੰਨੇ ਜਾਣਗੇ ਕਿ ਉਸ ਸਮੇਂ ਜਿਹੜੇ ਆ ਨਹੀਂ ਹੋਣਗੇ, ਠੀਕ ਹੈ ਜੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਭਗਤ ਸਿੰਘ ਹੋ ਜਾਏਗਾ, ਜਿਨ੍ਹਾਂ ਨੇ ਜਿਹੜਾ 1857 ਈਸਵੀ ਦੇ ਵਿਦਰੋਹ ਵਿੱਚ ਭਾਗ ਨਹੀਂ ਲਿਆ ਸੀ। ਚਲੋ ਜੀ ਅੱਗੇ ਚੱਲਦੇ ਹਾਂ। ਅੱਗੇ ਅੱਜ ਦਾ ਆਪਣੇ ਕੋਲੇ 18 ਨੰਬਰ ਪ੍ਰਸ਼ਨ ਹੈ ਤਾਂਤੀਆ ਟੋਪੇ ਦਾ ਮੂਲ ਨਾਂ ਕੀ ਸੀ? ਮਤਲਬ ਕਿ ਪਹਿਲਾ ਨਾਮ ਜਿਹੜਾ ਉਹ ਕੀ ਸੀ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਗੋਪਾਲ ਪ੍ਰਸਾਦ, ਬੀ ਤੇ ਆ ਬਾਲਾਜੀ ਰਾਓ, ਸੀ ਤੇ ਆਪਣੇ ਕੋਲੇ ਨਾਨਾ ਸਾਹਿਬ, ਡੀ ਤੇ ਆਪਣੇ ਕੋਲੇ ਰਾਮਚੰਦਰ ਪਾਂਡੂਰੰਗ। ਤਾਂ ਡੀ ਤੇ ਜਿਹੜੀ ਆਪਸ਼ਨ ਹੈ ਬਿਲਕੁਲ ਸਹੀ ਹੋ ਜਾਏਗੀ, ਰਾਮਚੰਦਰ ਪਾਂਡੂਰੰਗ ਜਿਹੜਾ ਤਾਂਤੀਆ ਟੋਪੇ ਦਾ ਮੂਲ ਨਾਮ ਸੀਗਾ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। 19 ਨੰਬਰ ਪ੍ਰਸ਼ਨ ਹੈ ਮੇਰਠ ਤੋਂ ਵਿਦਰੋਹ ਕਦੋਂ ਸ਼ੁਰੂ ਹੋਇਆ? ਮੇਰਠ ਤੋਂ ਪੁੱਛਿਆ ਆਪਣੇ ਕੋਲੋਂ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ 10 ਮਈ 1857, ਬੀ ਤੇ 11 ਮਈ 1857, ਸੀ ਤੇ 12 ਮਈ 1857, ਡੀ ਤੇ ਆਪਣੇ ਕੋਲੇ 4 ਜੂਨ 1857। ਤਾਂ ਰਾਈਟ ਆਨਸਰ ਜਿਹੜਾ ਆਪਾਂ ਪਹਿਲੇ ਪ੍ਰਸ਼ਨ 'ਚ ਵੀ ਕਵਰ ਕੀਤਾ 10 ਮਈ 1857 ਨੂੰ ਮੇਰਠ ਤੋਂ ਹੀ ਇਹ ਜਿਹੜਾ ਵਿਦਰੋਹ ਉੱਠਦਾ, ਬੈਰਕਪੁਰ ਛਾਉਣੀ ਤੋਂ। ਮੰਗਲ ਪਾਂਡੇ ਜਿਹੜਾ ਇਸ ਦਾ ਪਹਿਲਾ ਜਿਹੜਾ ਕ੍ਰਾਂਤੀਕਾਰੀ ਮੰਨਿਆ ਜਾਂਦਾ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। 20 ਨੰਬਰ ਪ੍ਰਸ਼ਨ ਹੈ ਜੀ ਕਿਹੜਾ ਖੇਤਰ 1857 ਈਸਵੀ ਤੋਂ ਪ੍ਰਭਾਵਿਤ ਨਹੀਂ ਹੋਇਆ? ਮਤਲਬ ਕਿ ਉੱਥੇ ਜਿਹੜਾ ਕੋਈ ਵੀ ਤਰ੍ਹਾਂ ਦਾ ਅੰਦੋਲਨ ਜਾਂ ਆਪਾਂ ਕਹਿ ਸਕਦੇ ਹਾਂ ਝੜਪ ਜਿਹੜੀ ਅੰਗਰੇਜ਼ਾਂ ਦੇ ਨਾਲ ਕ੍ਰਾਂਤੀਕਾਰੀਆਂ ਦੀ ਨਹੀਂ ਹੋਈ ਸੀ। ਏ ਤੇ ਆਪਸ਼ਨ ਹੈ ਝਾਂਸੀ, ਬੀ ਤੇ ਆ ਚਿਤੌੜ, ਸੀ ਤੇ ਜਗਦੀਸ਼ਪੁਰਾ, ਡੀ ਤੇ ਲਖਨਊ। ਤਾਂ ਦੇਖੋ ਝਾਂਸੀ ਬਾਰੇ ਪੜਿਆ, ਇੱਥੇ ਕੌਣ ਸੀ? ਲక్ష్ਮੀ ਬਾਈ। ਜਗਦੀਸ਼ਪੁਰ ਬਾਰੇ ਪੜਿਆ, ਇੱਥੇ ਕੌਣ ਸੀ? ਬਿਹਾਰ ਦੇ ਵਿੱਚ ਕੁੰਵਰ ਸਿੰਘ। ਡੀ ਬਾਰੇ ਪੜਿਆ, ਲਖਨਊ ਚ ਹਜ਼ਰਤ ਮਹਿਲ ਵਜੀਦ ਅਲੀ ਖਾਨ ਦੀ ਜਿਹੜੀ ਪਤਨੀ ਹੈ ਉਸਨੇ ਵਿਦਰੋਹ ਕੀਤਾ ਸੀ। ਤਾਂ ਰਹਿ ਗਿਆ ਆਪਸ਼ਨ ਜਿਹੜੀ ਹੈ ਡੀ। ਇਹਦੇ ਬਾਰੇ ਆਪਾਂ ਨਹੀਂ ਜਾਣਿਆ ਤੇ ਨਾ ਹੀ ਇੱਥੇ ਕੋਈ ਪ੍ਰਭਾਵ ਪਿਆ, ਇਸ ਲਈ ਰਾਈਟ ਆਨਸਰ ਜਿਹੜਾ ਉਹ ਬੀ ਹੋ ਜਾਏਗਾ ਆਪਣੇ ਕੋਲੇ, ਚਿਤੌੜ। ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ। 21 ਨੰਬਰ ਅੱਜ ਦਾ ਆਪਣੇ ਕੋਲੇ ਪ੍ਰਸ਼ਨ ਹੈ 1857 ਈਸਵੀ ਵਿੱਚ ਦਿੱਲੀ ਤੋਂ ਸੈਨਿਕਾਂ ਦਾ ਨੇਤਰਤਵ ਕਿਸ ਨੇ ਕੀਤਾ ਸੀ? ਹੁਣ ਦੇਖੋ ਦਿੱਲੀ ਪੁੱਛ ਲਿਆ ਆਪਣੇ ਕੋਲੋਂ। ਤਾਂ ਏ ਤੇ ਆਪਸ਼ਨ ਹੈ ਬਖਤ ਖਾਂ, ਬੀ ਤੇ ਲਿਆਕਤ ਅਲੀ ਖਾਂ, ਸੀ ਤੇ ਬਹਾਦਰ ਸ਼ਾਹ ਪਹਿਲਾ, ਡੀ ਤੇ ਆ ਉਪਰੋਕਤ ਕੋਈ ਨਹੀਂ। ਦੇਖੋ ਜੇ ਤਾਂ ਇੱਥੇ ਹੁੰਦਾ ਦੂਜਾ ਬਹਾਦਰ ਸ਼ਾਹ ਦੂਜਾ ਤਾਂ ਇਹ ਵੀ ਰਾਈਟ ਆਨਸਰ ਬਣ ਜਾਣਾ ਸੀਗਾ। ਤਾਂ ਹੁਣ ਜਿਹੜਾ ਨਹੀਂ ਹੈਗਾ ਤਾਂ ਇਸ ਕਰਕੇ ਇਹ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਆ, ਬਖਤ ਖਾਂ। ਹੁਣ ਬਖਤ ਖਾਂ ਕੌਣ ਸੀ? ਇਹ ਸੀਗਾ ਬਹਾਦਰ ਸ਼ਾਹ ਦੂਜੇ ਦਾ ਸੈਨਾਪਤੀ। ਠੀਕ ਹੈ ਜੀ, ਜਿਹਨੂੰ ਕੀ ਆ ਬਾਦਸ਼ਾਹ ਬਣਾਇਆ ਸੀ ਬਹਾਦਰ ਸ਼ਾਹ ਨੂੰ, ਉਹਦਾ ਸੈਨਾਪਤੀ ਸੀ ਕੌਣ? ਬਖਤ ਖਾਂ, ਜਿਹੜਾ ਕਿ ਦਿੱਲੀ ਤੋਂ ਸੈਨਿਕਾਂ ਦਾ ਨੇਤਰਤਵ ਕਰ ਰਿਹਾ ਸੀ। ਜੇਕਰ ਬਹਾਦਰ ਸ਼ਾਹ ਦੂਜਾ ਆ ਜਾਂਦਾ ਤਾਂ ਇਹ ਵੀ ਆਪਸ਼ਨ ਜਿਹੜੀ ਆ ਬਿਲਕੁਲ ਠੀਕ ਹੋ ਜਾਣੀ ਸੀ। ਚਲੋ ਜੀ ਅੱਜ ਦਾ ਆਪਣੇ ਕੋਲੇ 22 ਨੰਬਰ ਪ੍ਰਸ਼ਨ ਹੈ ਜਗਦੀਸ਼ਪੁਰਾ ਯਾਨੀ ਕਿ ਬਿਹਾਰ ਵਿੱਚ ਵਿਦਰੋਹ ਦਾ ਦਮਨ ਕਿਸ ਨੇ ਕੀਤਾ ਸੀ? ਮਤਲਬ ਕਿ ਜਿਹੜਾ ਵਿਦਰੋਹ ਹੋ ਰਿਹਾ ਸੀ ਉਸ ਨੂੰ ਦਬਾ ਕਿਹਨੇ ਦਿੱਤਾ ਸੀ? ਏ ਤੇ ਆ ਟੇਲਰ ਤੇ ਵਿਸੇਟ ਆਇਰ, ਬੀ ਤੇ ਆਪਣੇ ਕੋਲੇ ਹਿਊਰੋਜ਼, ਸੀ ਤੇ ਹਡਸਨ ਤੇ ਡੀ ਤੇ ਆ ਹੈਵਲੌਕ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਇਹ ਆਪਸ਼ਨ ਟੇਲਰ ਤੇ ਵਿਸੇਟ ਆਇਰ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। ਅੱਜ ਦਾ ਆਪਣੇ ਕੋਲੇ 23 ਨੰਬਰ ਪ੍ਰਸ਼ਨ ਹੈ 1857 ਈਸਵੀ ਵਿਦਰੋਹ ਨੂੰ ਕਿਸ ਨੇ ਇੱਕ ਰਾਸ਼ਟਰੀ ਵਿਦਰੋਹ ਦੀ ਧਾਰਨਾ ਕੀਤੀ? ਹੁਣ ਦੇਖੋ ਰਾਸ਼ਟਰੀ ਵਿਦਰੋਹ ਦੀ ਧਾਰਨਾ ਕਿਉਂ ਦੇਣਗੇ? ਕਿਉਂਕਿ ਇਹ ਪੂਰੇ ਨੈਸ਼ਨਲ ਲੈਵਲ ਦਾ ਸੀਗਾ, ਇਸ ਕਰਕੇ ਰਾਸ਼ਟਰੀ ਅੰਦੋਲਨ ਜਿਹੜਾ ਮੰਨਿਆ ਜਾਵੇਗਾ। ਤਾਂ ਆਪਣੇ ਕੋਲੇ ਆਪਸ਼ਨਾਂ ਪਈਆਂ ਨੇ ਜੀ। ਏ ਤੇ ਆਪਸ਼ਨ ਹੈ ਇਜ਼ਰਾਈਲੀ, ਇੱਥੇ ਡਿਜ਼ਰਾਈਲੀ ਆਉਣਾ। ਠੀਕ ਹੈ ਜੀ, ਡੱਡਾ ਯਾਦ ਰੱਖ ਲਿਓ। ਬੀ ਤੇ ਹੈ ਵੀਡੀ ਸਾਵਰਕਰ, ਸੀ ਤੇ ਹੈ KM ਪਰੀਕਰ ਤੇ ਡੀ ਤੇ ਹੈ ਤਾਰਾਚੰਦ। ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਡਿਜ਼ਰਾਈਲੀ। ਕੌਣ ਸੀਗਾ ਜਿਨੇ ਰਾਸ਼ਟਰੀ ਵਿਦਰੋਹ ਦਾ ਜਿਹੜਾ ਧਾਰਨਾ ਦਿੱਤੀ ਸੀ? ਤਾਂ ਉਹ ਸੀਗਾ ਜੀ ਡਿਜ਼ਰਾਈਲੀ। ਚਲੋ ਜੀ ਅੱਗੇ ਦੇਖਦੇ ਹਾਂ। ਅੱਜ ਦਾ 24 ਨੰਬਰ ਪ੍ਰਸ਼ਨ ਹੈ 1857 ਈਸਵੀ ਦੇ ਵਿਦਰੋਹ ਦੀ ਸਭ ਤੋਂ ਕਮਜ਼ੋਰ ਕੜੀ ਕਿਸ ਨੂੰ ਮੰਨਿਆ ਜਾਂਦਾ ਹੈ? ਕਮਜ਼ੋਰ ਕੜੀ ਭਾਵ ਕਿ
ਜਲਦੀ ਹਾਰ ਮੰਨਣ ਵਾਲਾ ਜਾਂ ਫਿਰ ਜਿਹਦੇ ਕੋਲੇ ਸੈਨਾ ਜਿਹੜੀ ਹੈ ਘੱਟ ਸੀ। ਤਾਂ A ਤੇ ਆ ਬਹਾਦਰ ਸ਼ਾਹ ਜ਼ਫਰ, B ਤੇ ਆਪਣੇ ਕੋਲੇ ਨਾਨਾ ਸਾਹਿਬ, C ਤੇ ਤਾਂਤੀਆ ਟੋਪੇ, D ਤੇ ਆ ਲక్ష్ਮੀ ਬਾਈ। ਤਾਂ ਰਾਈਟ ਆਨਸਰ ਹੋ ਜਾਏਗਾ ਜੀ ਬਹਾਦਰ ਸ਼ਾਹ ਜ਼ਫਰ। ਅੱਗੇ ਦੇਖਦੇ ਹਾਂ ਜੀ। ਅੱਗੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਲਿਆਕਤ ਅਲੀ ਨੇ ਕਿੱਥੋਂ 1857 ਈਸਵੀ ਦਾ ਵਿਦਰੋਹ ਦਾ ਨੇਤਰਤਵ ਕੀਤਾ? ਮਤਲਬ ਲਿਆਕਤ ਅਲੀ ਕਿੱਥੇ ਸੀਗਾ, ਠੀਕ ਹੈ। ਤਾਂ ਇਹ ਵੀ ਜਿਹੜਾ ਆਪਾਂ ਟ੍ਰਿਕ ਦੇ ਨਾਲ ਯਾਦ ਰੱਖਾਂਗੇ, ਲੱਲੇ ਲੱਲੇ ਤੋਂ ਯਾਦ ਰੱਖਣਾ, ਠੀਕ ਹੈ। ਬਰੇਲੀ ਤਾਂ ਆਪਣੇ ਕੋਲੇ ਹੋ ਚੁੱਕਾ, ਇਹਦਾ ਮਤਲਬ ਇਹ ਨਹੀਂ ਆਏਗਾ। ਤਾਂ A ਤੇ ਆ ਇਲਾਹਾਬਾਦ, B ਤੇ ਆਪਣੇ ਕੋਲੇ ਬਰੇਲੀ, C ਤੇ ਫਤਿਹਪੁਰ, D ਤੇ ਆਪਣੇ ਕੋਲੇ ਮੌਲਵੀ ਅਹਿਮਦ ਉੱਲਾ। ਤਾਂ ਦੇਖੋ ਲਿਆਕਤ ਅਲੀ ਨੇ ਜਿਹੜਾ ਵਿਦਰੋਹ ਦੇ ਸਮੇਂ ਨੇਤਰਤਵ ਕੀਤਾ ਸੀ, ਉਹ ਕਿੱਥੋਂ ਕੀਤਾ ਸੀ? ਤਾਂ ਇਲਾਹਾਬਾਦ ਤੋਂ ਕੀਤਾ ਸੀ। ਇਹ ਚੀਜ਼ ਤੁਸੀਂ ਇੱਥੋਂ ਯਾਦ ਰੱਖ ਸਕਦੇ ਹੋ। 26 ਨੰਬਰ ਪ੍ਰਸ਼ਨ ਹੈ ਜੀ ਅੱਗੇ ਆਪਣੇ ਕੋਲੇ, ਕਿਸ ਬ੍ਰਿਟਿਸ਼ ਸੈਨਾਪਤੀ ਨੇ 1857 ਈਸਵੀ ਦੇ ਵਿਦਰੋਹ ਨੂੰ ਦਬਾਉਣ ਵਿੱਚ ਅਹਿਮ ਭੂਮਿਕਾ ਨਿਭਾਈ? ਕਿਹੜਾ ਸੀਗਾ ਉਹ ਬੰਦਾ? A ਤੇ ਆਪਸ਼ਨ ਕੈਪਵੈਲ, B ਤੇ ਹੈਵਲੌਕ, C ਤੇ ਚਾਰਲਸ ਨੈਪੀਅਰ ਤੇ D ਤੇ ਆਊਟਰਮ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ A ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਕੈਪਵੈਲ ਉਹ ਬੰਦਾ ਸੀ ਜਿਨਨੇ ਕੀ ਇਸ ਵਿਦਰੋਹ ਨੂੰ ਦਬਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਵਿਦਿਆਰਥੀ ਸਾਥੀਓ ਕੁਐਸਚਨ ਬਹੁਤ ਪੜ੍ਹੇ ਹੋਣਗੇ, ਪਰ ਆਹ ਕੁਐਸਚਨ ਮੈਂ ਕਹਿੰਦਾ 27 ਨੰਬਰ ਪ੍ਰਸ਼ਨ ਵੀ ਜਿਹੜਾ ਤੁਸੀਂ ਜਿਨ੍ਹਾਂ ਨੇ ਬਹੁਤ ਹਾਈ ਲੈਵਲ ਦੀਆਂ ਕਿਤਾਬਾਂ ਪੜ੍ਹੀਆਂ, ਮੈਂ ਕਹਾਂਗਾ UPSC ਲੈਵਲ ਦੀਆਂ, ਉਹਦੇ ਵਿੱਚ ਇਹ ਪ੍ਰਸ਼ਨ ਜ਼ਰੂਰ ਪਿਆ ਹੋਊਗਾ। ਪਰ ਤੁਸੀਂ ਸਿੰਪਲ ਥਿਊਰੀ ਬੁੱਕਸ ਜਾਂ ਕਿਤੋਂ ਕੋਚਿੰਗ ਲੈ ਰਹੇ ਹੋ ਤਾਂ ਇਹ ਪ੍ਰਸ਼ਨ ਨਹੀਂ ਪੜ੍ਹਿਆ ਹੋਣਾ, ਠੀਕ ਹੈ। ਤਾਂ ਦੇਖੋ ਇਹ ਪ੍ਰਸ਼ਨ ਕੀ ਹੈ ਕਿ 1857 ਈਸਵੀ ਦੀ ਕ੍ਰਾਂਤੀ ਦਾ ਚਿੰਨ੍ਹ ਕੀ ਸੀ? ਇੱਥੇ ਹੁਣ ਆਪਣੇ ਕੋਲੋਂ ਉਹਨਾਂ ਨੇ ਚਿੰਨ੍ਹ ਪੁੱਛ ਲਿਆ, ਚਿੰਨ੍ਹ ਕਿਹੜਾ ਸੀ? ਕਮਲ ਤੇ ਰੋਟੀ, ਕਮਲ ਤੇ ਗੁਲਾਬ, C ਤੇ ਆਪਣੇ ਕੋਲੇ ਰੋਟੀ ਤੇ ਤਲਵਾਰ ਤੇ D ਤੇ ਰੋਟੀ ਤੇ ਕੱਪੜਾ। ਮੈਨੂੰ ਲੱਗਦਾ ਵਿਦਿਆਰਥੀ ਸਾਥੀ ਸਾਰਾ C ਨੂੰ ਹੀ ਕਹਿ ਰਹੇ ਹੋਣਗੇ ਕਿ C ਵੀ ਰੋਟੀ ਦੀ ਖਾਤਰ ਜਿਹੜੇ ਹਿੰਦੁਸਤਾਨੀ ਲੜੇ, ਤਲਵਾਰ ਚੱਕੀ। ਬਿਲਕੁਲ ਗਲਤ ਜੀ। ਰਾਈਟ ਆਨਸਰ ਜਿਹੜਾ ਸੀ A ਆਪਸ਼ਨ ਹੈ, ਕਮਲ ਤੇ ਰੋਟੀ ਜਿਹੜਾ ਕ੍ਰਾਂਤੀ ਦਾ ਚਿੰਨ੍ਹ ਮੰਨਿਆ ਜਾਂਦਾ। ਅੱਗੇ ਹੈ ਜੀ, ਭਾਰਤੀ ਸੁਤੰਤਰਤਾ ਅੰਦੋਲਨ ਦਾ ਸਰਕਾਰੀ ਇਤਿਹਾਸਕਾਰ ਕੌਣ ਸੀ? ਇਹ ਭਾਰਤੀ ਸੁਤੰਤਰਤਾ ਅੰਦੋਲਨ ਵੀ ਸੀਗਾ 1857 ਈਸਵੀ ਦੇ ਵਿਦਰੋਹ ਵਾਲਾ, ਠੀਕ ਹੈ ਜੀ। ਤਾਂ ਇਸ ਦਾ ਜਿਹੜਾ ਇਤਿਹਾਸਕਾਰ ਕੌਣ ਸੀ? A ਤੇ ਆਪਸ਼ਨ ਹੈ SN ਸੈਨ, B ਤੇ ਆਪਣੇ ਕੋਲੇ RC ਮਜ਼ੂਮਦਾਰ, C ਤੇ ਤਾਰਾ ਚੰਦ, D ਤੇ VD ਸਾਵਰਕਰ। ਤਾਂ ਰਾਈਟ ਆਨਸਰ ਹੋ ਜਾਏਗਾ ਜੀ SN ਸੈਨ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। 29 ਨੰਬਰ ਪ੍ਰਸ਼ਨ ਹੈ, ਮੰਗਲ ਪਾਂਡੇ ਕਿਸ ਛਾਉਣੀ ਤੋਂ ਸੀ? ਉਹਦਾ ਬਿਲੋਂਗ ਜਿਹੜਾ ਕਿੱਥੋਂ ਕਰਦਾ ਸੀ? A ਤੇ ਬੈਰਕਪੁਰ, C ਤੇ ਦਿੱਲੀ, B ਤੇ ਪਿਆ ਮੇਰਠ ਤੇ D ਤੇ ਉਪਰੋਕਤ ਕੋਈ ਨਹੀਂ। ਤਾਂ ਰਾਈਟ ਆਨਸਰ ਹੋ ਜਾਏਗਾ ਜੀ ਬੈਰਕਪੁਰ, ਠੀਕ ਹੈ ਜੀ। ਚਲੋ ਜੀ ਅੱਗੇ ਅੱਜ ਦਾ ਆਪਾਂ 30 ਨੰਬਰ ਪ੍ਰਸ਼ਨ ਦੇਖਦੇ ਹਾਂ। ਅੱਜ ਦਾ ਵਿਦਿਆਰਥੀ ਸਾਥੀਓ ਆਪਣੇ ਕੋਲੇ 30 ਨੰਬਰ ਪ੍ਰਸ਼ਨ ਹੈ, 1857 ਈਸਵੀ ਦੇ ਵਿਦਰੋਹ ਦੇ ਮਾਮਲੇ ਦੀ ਜਾਂਚ ਲਈ ਕਿਸ ਆਯੋਗ ਦਾ ਗਠਨ ਕੀਤਾ ਗਿਆ ਸੀ? ਤਾਂ 1857 ਈਸਵੀ ਦੇ ਵਿਦਰੋਹ 'ਚ ਜਿਹੜਾ ਮਾਮਲੇ ਦੀ ਜਾਂਚ ਲਈ ਆਯੋਗ ਬਣਿਆ ਸੀ ਉਹ ਕਿਹੜਾ ਸੀਗਾ? A ਤੇ ਆਪਸ਼ਨ ਆਪਣੇ ਕੋਲੇ ਹੰਟਰ ਆਯੋਗ, B ਤੇ ਸਾਈਮਨ ਕਮਿਸ਼ਨ, C ਤੇ ਅਪੀਲ ਤੇ D ਤੇ ਆਪਣੇ ਕੋਲੇ ਉਪਰੋਕਤ ਕੋਈ ਨਹੀਂ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਆਪਣੇ ਕੋਲੇ ਬਿਲਕੁਲ ਠੀਕ ਹੋ ਜਾਏਗਾ C ਆਪਸ਼ਨ, ਅਪੀਲ ਆਯੋਗ। ਤਾਂ ਵਿਦਿਆਰਥੀ ਸਾਥੀਓ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਕਿ ਤੁਹਾਨੂੰ ਜਿਹੜੀਆਂ ਸਾਰੀਆਂ ਵੀਡੀਓ ਮਿਲਦੀਆਂ ਰਹਿਣ। ਚਲੋ ਜੀ ਅੱਜ ਆਪਾਂ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਸੋ ਸਾਡਾ ਅੱਜ ਦਾ ਅਗਲਾ ਪ੍ਰਸ਼ਨ ਹੈ 31 ਨੰਬਰ ਪ੍ਰਸ਼ਨ ਹੈ ਜੀ, 1857 ਈਸਵੀ ਦੇ ਵਿਦਰੋਹ ਦੀ ਅਸਫਲਤਾ ਦਾ ਮੁੱਖ ਕਾਰਨ ਕੀ ਸੀ? ਦੇਖੋ ਇੱਕ ਤਾਂ ਇਹਦੇ ਚ ਅਮੀਰ ਲੋਕਾਂ ਨੇ ਨਹੀਂ ਭਾਗ ਲਿਆ, ਦੂਜਾ ਇਹ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਿਆ। ਇਹਦੇ ਕਈ ਕਾਰਨ ਸੀਗੇ ਜਿਹਦੇ ਕਰਕੇ ਜਿਹੜਾ ਇਹ ਅੰਦੋਲਨ ਜਿਹੜਾ ਅਸਫਲ ਰਹਿ ਜਾਂਦਾ। ਤਾਂ ਆਪਾਂ ਦੇਖੋ ਆਪਸ਼ਨਾਂ ਦੇਖਦੇ ਹਾਂ, ਜੋ ਇਹਦੇ ਚ ਆਪਾਂ ਨੂੰ ਸਹੀ ਲੱਗੀ ਉਹ ਆਪਾਂ ਟਿਕ ਕਰਾਂਗੇ। A ਤੇ ਆ ਕੇਂਦਰੀ ਸੰਗਠਨ ਦੀ ਕਮੀ, B ਤੇ ਆਪਣੇ ਕੋਲੇ ਹਿੰਦੂ ਮੁਸਲਿਮ ਏਕਤਾ ਦੀ ਕਮੀ, C ਤੇ ਆਪਣੇ ਕੋਲੇ ਜ਼ਿੰਮੇਦਾਰਾਂ ਦਾ ਭਾਗ ਨਾ ਲੈਣਾ, ਤਾਂ D ਤੇ ਆ ਪ੍ਰਭਾਵ ਸੀਮਿਤ ਖੇਤਰ ਤੱਕ ਹੀ ਸੀ। ਤਾਂ ਦੇਖੋ ਪ੍ਰਭਾਵ ਸੀਮਿਤ ਖੇਤਰ ਤੱਕ ਤਾਂ ਨਹੀਂ ਸੀ, ਪੂਰੇ ਭਾਰਤ ਵਿੱਚ ਸੀ। ਹਿੰਦੂ ਮੁਸਲਿਮ ਏਕਤਾ ਦੀ ਕਮੀ ਇਹ ਵੀ ਨਹੀਂ ਕਹਿ ਸਕਦੇ। ਤਾਂ ਕੇਂਦਰੀ ਸੰਗਠਨ ਦੀ ਕਮੀ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਸੰਗਠਨ ਦੀ ਕਮੀ ਸੀ, ਪਰ ਦੇਖੋ ਹੋਇਆ ਤਾਂ ਸਾਰਿਆਂ ਪਾਸੇ ਨਾ, ਇਸ ਕਰਕੇ ਇਹ ਵੀ ਆਪਸ਼ਨ ਗਲਤ ਹੈ। C ਆਪਸ਼ਨ ਹੈ ਜਿਹੜੀ ਬਿਲਕੁਲ ਠੀਕ ਹੋ ਜਾਏਗੀ ਜੀ, ਜ਼ਿੰਮੇਦਾਰਾਂ ਦਾ ਭਾਗ ਨਾ ਲੈਣਾ। ਮਤਲਬ ਕਿ ਜਿਹੜੇ ਜ਼ਿੰਮੇਦਾਰ ਲੋਕ ਸੀਗੇ ਜਿਹੜੇ ਲੜ ਸਕਦੇ ਸੀ ਪਰ ਉਹਨਾਂ ਨੇ ਭਾਗ ਨਹੀਂ ਲਿਆ, ਜਿਹਦੇ ਕਰਕੇ ਕੀ ਆ ਇਹ ਅੰਦੋਲਨ ਜਿਹੜਾ ਅਸਫਲ ਹੋ ਜਾਂਦਾ ਹੈ।
ਅੱਗੇ ਹੈ ਜੀ ਅੱਜ ਦਾ ਲਾਸਟ ਪ੍ਰਸ਼ਨ ਹੈ 32 ਨੰਬਰ ਪ੍ਰਸ਼ਨ, ਬਹਾਦਰ ਸ਼ਾਹ ਜਾਫਰ ਦਾ ਜਿਹੜਾ ਮਕਬਰਾ ਕਿੱਥੇ ਹੈ? ਏ ਤੇ ਆਪਸ਼ਨ ਹੈ ਸਿੰਗਾਪੁਰ, ਡੀ ਤੇ ਬੀ ਤੇ ਢਾਕਾ, ਸੀ ਤੇ ਰੰਗੂਨ ਤੇ ਡੀ ਤੇ ਸਾਈਬੇਰੀਆ। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਬਰਮਾ ਦੇ ਵਿੱਚ ਹੈ ਜੀ ਰੰਗੂਨ ਦੇ ਵਿੱਚ ਕੀ ਆ? ਬਹਾਦਰ ਸ਼ਾਹ ਜਾਫਰ ਦਾ ਜਿਹੜਾ ਮਕਬਰਾ। ਤਾਂ ਵਿਦਿਆਰਥੀ ਸਾਥੀਓ, ਤੁਹਾਨੂੰ ਸਾਡੀਆਂ ਵੀਡੀਓਜ਼ ਜਿਹੜੀਆਂ ਨੇ ਕਿੱਦਾਂ ਦੀਆਂ ਲੱਗਦੀਆਂ ਨੇ? ਔਰ ਵਿਦਿਆਰਥੀ ਸਾਥੀਓ, ਜੇਕਰ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਇਸ ਨੂੰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰੋ ਅਤੇ ਨਾਲ ਦੀ ਨਾਲ ਸ਼ੇਅਰ ਕਰਦੇ ਜਾਓ ਤਾਂ ਕਿ ਲੋੜਵੰਦ ਵਿਦਿਆਰਥੀਆਂ ਨੂੰ ਵੀ ਜਿਹੜਾ ਇਸ ਦਾ ਫਾਇਦਾ ਮਿਲ ਸਕੇ। ਸੋ ਵਿਦਿਆਰਥੀ ਸਾਥੀਓ, ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਪਲੇਟਫਾਰਮ ਤੇ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।